ठीक है एक मिनट देखो ओके ओके तेनू नहीं पता तेरे लगते उन्होंने जानता नहीं तू उन्होंने पता पीरू अजकल कहान मुडारियां मारन लग गया और तेरे वर्गा तो मिट्टी च रुड़िया पिया सालिया सारिया दिल च ने मेरे जे मेरे सालिया को गिन गिन के बदला ना लिया तो मैनू नाचर किने आखना लाया सालिया दी चीका बढ़ाऊं चीका मारदा ओ भाई कलियां ना फड़ा ना नहीं कोई गल बनती और जे करके दिखावेगा ना फिर मरू अच्छा ये गल चल देख फिर तू बनता की आ मेरे सालियां दा ओ ला जदों बनू देख के जाओ तू पहला मैनू एक गल पैक कर लवा लाला पैक भी लाला पैक दी की सणी गल है ओ नाले मैं तेनू चल तू पहला पैक लवा फिर तेनू दसदा स्कीम ओ किहड़े हिसाब नाल टिक्के आउंदे हुंदे ने ये अच्छा आ चक ला ला पावे फिर क्या पे पाला आज ना कहीं मोटा पालिया ओ यार ਇਹਦਾ ਬੜੀ ਹੋਈ ਆ ਅਰੇ ਦਾਰੂ ਕੌੜੀ ਹੁੰਦੀ ਆ ਉਹ ਯਾਰ ਮੈਨੂੰ ਐ ਲੱਗਦਾ ਜਿਹੜੀ ਵੇਚਦਾ ਉਹੀ ਤਾਂ ਨਹੀਂ ਓਏ ਨਹੀਂ ਨਹੀਂ 100% ਪਿਓਰਾ 100% ਨਾਲੇ ਮੇਰੀ ਗੱਲ ਸੁਣ ਆ ਜਿਹੜੀਆਂ ਚੀਜ਼ਾਂ ਜੀਆਂ ਰੱਖਾਂ ਨਾ ਉਹ ਇਹਨਾਂ ਨੂੰ ਸਾਈਡ ਤੇ ਰੱਖ ਕੇ ਪਿਆਰ ਨਾਲ ਅਗਲੇ ਦੇ ਵਿੱਚ ਵੜ ਕੇ ਫੇਰ ਸੁਰੀ ਚਲਾਈਦੀ ਆ ਗੱਲ ਤਾਂ ਤੂੰ ਸਹੀ ਕਹਿਣਾ ਕਾਲਿਆ ਕਰਨਾ ਪੈਣਾ ਕੁਝ ਉਹਨਾਂ ਦਾ ਮੈਨੂੰ ਲੱਗਦਾ ਤੂੰ ਭੁੱਲ ਗਿਆ ਵੀ ਤੇਰਾ ਟਰੱਕ ਉਹਨਾਂ ਦੇ ਬੁੜੇ ਨੇ ਫੜਾਇਆ ਸੀ ਭੁੱਲਿਆ ਤਾਂ ਮੈਂ ਕੁਝ ਨਹੀਂ ਸਭ ਕੁਝ ਯਾਦ ਆ ਮੈਨੂੰ ਓਏ ਦਾਦਾ ਤੈਨੂੰ ਤਾਂ ਜੇ ਅਗਲੇ ਨੂੰ ਚੱਕ ਕੇ ਧਰਤੀ ਦੇਣ ਵਾਲੇ ਉਹ ਚੱਲ ਠੀਕ ਆ ਮੈਨੂੰ ਉਹਨੇ ਸਰਦਾਰ ਸਾਹਿਬ ਨੇ ਬੁਲਾਇਆ ਸੀ ਕਹਿੰਦਾ ਪੂਰਾ ਕਾਲਾ ਮਾਰਦਾ ਜੀ ਮੈਂ ਬੜਾ ਜਾਇਆ ਨਾਲੇ ਮੈਨੂੰ ਟੈਸਟ ਕਰਾਣੀ ਥੋੜਾ ਜਿਹਾ ਉਹ ਟੈਸਟ ਨਾ ਕਰਾ ਜੂ ਉਹ ਪਹਿਲਾਂ ਆਪਣੇ ਵਾਲੇ ਆ ਜਿਹੜੇ ਕੰਮ ਕਿਹਾ ਤੈਨੂੰ ਇਹ ਤਾਂ ਨਿਬੇੜ ਲਾ ਵੈਸੇ ਗੱਲ ਤਾਂ ਸਹੀ ਕਹਿ ਗਿਆ ਕਾਲਾ ਇਹਨੂੰ ਸਾਲੇ ਨੂੰ ਮਿੱਠੀਆਂ ਗੋਲੀਆਂ ਖਾ ਕੇ ਲੋਡ ਕਰਨਾ ਪੈਣਾ ਐ ਇਹਨਾਂ ਨੇ ਮੈਨੂੰ ਮੇਰੇ ਸਾਲਿਆਂ ਸ਼ਰੀਕਾਂ ਨੇ ਇਹਨਾਂ ਦੀਆਂ ਚੀਕਾਂ ਘੜਾਉਣ ਚੀਕਾਂ ਮੈਂ ਫਿਰ ਮੈਨੂੰ ਨਾਜਰ ਕਿਹਨੇ ਕਹਿਣਾ
ਆਪਾਂ ਵਧੀਆ ਯਾਰੇ ਲਈ ਯਾਰੇ ਤੂੰ ਦੱਸ ਕੀ ਹਾਲ ਆ ਤੇਰਾ ਬਸ ਠੀਕ ਆ ਯਾਰ ਚਾਚਾ ਓਹੋ ਤੇਰਾ ਦਾਦਾ ਠੀਕ ਆ ਠੀਕ ਆ ਦਾਦਾ ਜੀ ਅੱਛਾ ਠੀਕ ਆ ਜਾ ਬਈਆ ਮੇਰੇ ਬੜਾ ਥੱਕਿਆ ਲੱਗਦਾ ਉਹ ਯਾਰ ਚਾਚਾ ਮੈਂ ਨਹੀਂ ਪੈਣਾ ਹੁੰਦਾ ਮੈਂ ਕੰਮ ਜਾਣਾ ਹੋ ਉਹ ਭਤੀਜ ਬਹਿ ਜਾ ਚਾਚੇ ਕੋਲ ਕੋਈ ਗੱਲਾਂ ਕਰੀ ਰਹਿਣਾ ਉਹ ਯਾਰ ਮੈਂ ਤਾਂ ਤੈਨੂੰ ਬੜਾ ਸੋਹਣਾ ਓਏ ਆ ਜਾ ਬਹਿ ਜਾ ਤੇਰੀ ਥਕਾਵਟ ਆਪਾਂ ਮਿੰਟਾਂ ਚ ਦੂਰ ਕਰੀਏ ਬੜਾ ਥੱਕਿਆ ਲੱਗਦਾ ਆ ਜਾ ਬਹਿ ਜਾ ਹੋਰ ਸੁਣਾ ਤੇਰਾ ਕਿੱਦਾਂ ਚੱਲਦੀ ਆ ਤੇਰੀ ਪੜ੍ਹਾਈ ਉਹ ਵਧੀਆ ਚਾਚਾ ਆ ਸਵੇਰੇ ਕੰਮ ਸ਼ੁਰੂ ਕੀਤਾ ਪਿਆ ਉਹ ਭਤੀਜ ਓਏ ਦਵਾਈ ਹੈ ਥਕਾਵਟ ਦੀ ਲੈਣੀ ਪੈਂਦੀ ਆ ਅੱਛਾ ਕੰਮ ਜਾਣਾ ਤੇਰਾ ਉਹ ਭਤੀਜ ਹਾਂ ਚਾਚਾ ਚਾਚਾ ਨੇ ਤੇ ਭਤੀਜ ਥੱਕਿਆ ਹੋਇਆ ਨਾ ਤੂੰ ਤੈਨੂੰ ਆਪਾਂ ਥਕਾਵਟ ਮਿੰਟਾਂ ਦੀ ਦੂਰ ਕਰ ਦੇਣੀ ਆ ਮਿੰਟਾਂ ਦੀ ਟੈਨਸ਼ਨ ਨਾ ਲੈ ਟੈਨਸ਼ਨ ਆ ਚੱਕ ਸਮਾਨ ਓਏ ਇੰਡੀਆ ਉਹ ਤੂੰ ਖਾ ਕੇ ਦਾ ਦੇਖ ਤੇਰੀ ਥਕਾਵਟ ਮਿੰਟਾਂ ਦੀ ਨਾ ਦੂਰ ਹੋਗੀ ਮੈਨੂੰ ਚਾਚਾ ਨੇ ਕਹੀ ਯਾਰ ਚਾਚਾ ਤਾਂ ਕੀ ਚੀਜ਼ ਹੈ ਉਹ ਇਹਨੂੰ ਕਾਲਾ ਮਾਰ ਕਹਿੰਦੇ ਆ ਕਾਲਾ ਮਾਰ ਇਹ ਖਾ ਕੇ ਬੰਦਾ ਥਕਾਵਟ ਐਨ ਮਿੰਟਾਂ ਚ ਭੁੱਲ ਜਾਂਦਾ ਮਿੰਟਾਂ ਚ ਉਹ ਯਾਰ ਚਾਚਾ ਮੈਂ ਨਹੀਂ ਹੋਣੀ ਅੱਜ ਜਮਾਨੀ ਉਹ ਭਤੀਜ ਖਾ ਕੇ ਦਾ ਦੇਖ ਤੂੰ ਤਾਂ ਕਹੇਗਾ ਮੈਂ ਤਾਂ ਭੁੱਲ ਗਿਆ ਯਾਰ ਚਾਚਾ ਉਹ ਭਤੀਜ ਖਾ ਕੇ ਦਾ ਦੇਖ ਯਾਰ ਚਾਚੇ ਦੀ ਗੱਲ ਮੋੜੀ ਜਾਂਦਾ ਯਾਰ ਤੂੰ ਆ ਕਿੱਦਾਂ ਨਹੀਂ ਅਗਲਾ ਕਰਦਾ ਉਹ ਤੂੰ ਖਾ ਕੇ ਦਾ ਦੇਖ ਚੈੱਕ ਯਾਰ ਨਹੀਂ ਆਉਂਦੀ ਯਾਰ ਉਹ ਖਾ ਤੂੰ ਦੇਖ ਤੈਨੂੰ ਆਉਂਦੇ ਨਹੀਂ ਯਾਰ ਯਾਰ ਇਹ ਤਾਂ ਕੋੜੀ ਆ ਉਹ ਖਾ ਲਾ ਅੰਦਰ ਜਾ ਕੇ ਆਪੀ ਮਿੱਠੀ ਹੋ ਜੂ ਯਾਰ ਬੜੀ ਕੋੜੀ ਆ ਯਾਰ ਲੈ ਵੀ ਹੁਣ ਦੀ ਥਕਾਵਟ ਮਿੰਟਾਂ ਜੀ ਦੂਰ ਹੋ ਜਾਣੀ ਤੈਨੂੰ ਪਤਾ ਵੀ ਨਹੀਂ ਲੱਗਣਾ ਕੋੜੀ ਆ ਯਾਰ ਉਹ ਭਤੀਜ ਹਾਂ ਆ ਜਿਹੜੀ ਆਪਾਂ ਦਵਾਈ ਖਾਧੀ ਆ ਹਾਂ ਓਏ ਹੁਣ ਖੋਰਨੀ ਵੀ ਆ ਹੋਰ ਨਹੀਂ ਆਹੋ ਖੋਰਨੀ ਮਿਲੀ ਹੈ ਨਹੀਂ ਪਥਰੀ ਦੀ ਤੂੰ ਸਾਰਾ ਪਥਰੀ ਉਹ ਕਿੱਦਾਂ ਉਹ ਦੱਸਦਾ ਤੈਨੂੰ ਓ ਛੋਟੂ ਗਲਾਸ ਲੈ ਲੋ ਓਏ ਆ ਨਾਲੇ ਪਥਰੀ ਆ ਗਿਆ ਉਹ ਕਿੱਥੇ ਮਰ ਗਿਆ ਜਾ ਚਾਚਾ ਤੂੰ ਵੀ ਵੀ ਮੈਨੂੰ ਨਾ ਨਹੀਂ ਇੱਕ ਮੇਰੇ ਸਾਲੇ ਸੁਣਦੇ ਵੀ ਓ ਛੋਟੂ ਉਹ ਚੱਲ ਮੈਂ ਜਾਣਾ ਯਾਰ ਉਹ ਭਤੀਜ ਬੈਠ ਕੇ ਆਉਣਾ ਜਾ ਕੇ ਆ ਗਿਆ ਬੈਠ ਆ ਗਿਆ ਬੈਠ ਆ ਗਿਆ ਚਾਚਾ ਨਾ ਬਸ ਇਹ ਉੱਤੇ ਜਾਣਾ ਚੱਟੇ ਉਹ ਦੇਖੀ कैसा नहीं ओ यार तू पी जा मैं नहीं पीता ओ यार यार चाचा तेन पता नहीं बाबा बोलू ਭਤੀਜ ਬਾਪਾ ਨੂੰ ਕਿੱਥੇ ਪਤਾ ਲੱਗਣਾ ਲੈ ਕੇ ਖਾਵਾਂਗੇ ਲੈ ਕੇ यार मैं नहीं ਉਹ ਭਤੀਜ ਯਾਰ ਤੂੰ ਚਾਚੇ ਦੀ ਮੁੜੇਗਾ ਹੁਣ ਦੱਸ ਕਿੱਦਾਂ ਦੀਆਂ ਗੱਲਾਂ ਕਰਦਾ यार फिर से सुतिया मैं ਤੂੰ ਚੱਕ यार मैं ਉਹ ਖਿੱਚ ਜਾ ओ नहीं ਉਹ ਚਾਚਾ ओ नहीं यार मैंने बोल दिया ਉਹ ਭਤੀਜ ਪੀਜਾ ਬੋਲਾ ਕਰਾਂਗੇ ਖਿੱਚ ਜਾ ਕਿਉਂ
मैंने तो लाल बढ़िया दिखने लग गया ਓਏ ਹੌਲੀ ਹੌਲੀ ਤੈਨੂੰ ਸਾਰੀਆਂ ਬੜੀਆਂ ਦਿਖਣਗੀਆਂ ਸਾਰੀਆਂ ਬੜੀਆਂ ਦਿਖਣਗੀਆਂ ਟੈਨਸ਼ਨ ਨਾ ਲੈ ਹਾਂ ਚਾਚਾ ਹੋਰ ਤੇਰਾ ਚਾਚਾ ਹੋਰ ਲਿਆ ਟੈਨਸ਼ਨ ਨਹੀਂ ਲੈਣੀ ਚਾਚਾ ਬੈਠਾ ਕੋਈ ਗੱਲ ਦੀ ਟੈਨਸ਼ਨ ਨਹੀਂ ਲੈਣੀ कोई करे ना नहीं लाल बढ़िया ਉਹ ਤੂੰ ਜਾਣਦਾ ਨਹੀਂ ਚਾਚੇ ਨੂੰ ਚਾਚਾ ਤੇਰਾ ਬੜੀ ਮੌਜੀ ਆ ਉਹ ਭਤੀਜੇ ਉਹ ਇੱਕ ਗੱਲ ਨੋਟ ਕਰਨ ਵਾਲੀ ਆ ਆਪਾਂ ਪੀਤੀਆਂ ਦਾਰੂ पीतिया ਪੀਤੀਆਂ ਕਿ ਨਹੀਂ ਪੀਤੀ पीतिया ਤੇ ਫਿਰ ਲਲਕਾਰਾ ਦਾ ਬਣਦਾ आला से सही गया ਲੈ ਫਿਰ ਮਾਰ ਚਾਚੇ ਦੇ ਨਾਂ ਤੇ ਲਲਕਾਰਾ ਫਿਰ ਇੱਕ ਸਵਾਦ ਹੀ ਆ ਜੂ ਹਾਂ ਤੇਰਾ ਬਜੇ ਪੀੜਾ ਹਜੇ ਦਾ ਸਾਲਿਆ ਲੱਸੀ ਕਰਾ ਕੇ ਰੱਖਤੀ ਮੇਰੀ ਆ ਲਲਕਾਰਾ ਦੀ ਕੋਈ ਤੇਰਾ ਸਾਲਿਆ ਲਲਕਾਰਾ ਤਾਂ ਐ ਮਾਰਿਆ ਜਿਵੇਂ ਗਾਡਾ ਥੱਲੇ ਕੁੱਤੀ ਆਈ ਹੁੰਦੀ ਆ ਹਾਂ ਤੇਰਾ ਬਜੇ ਪੀੜਾ ਪਤੀ ਆ ਜੇਦਾ ਮੇਰਾ ਲਲਕਾਰਾ ਦੇਖੀ ਫਿਰ ਇਹਨੂੰ ਕਹਿੰਦੀ ਆ ਲਲਕਾਰਾ ਮੇਰੇ ਸਾਲੇ ਦਾ ਇਹ ਜਾ ਹੋ ਜਾਵੇ ਵੀ ਕੰਧ ਕੋਲ ਖੜ ਕੇ ਮਾਰੇ ਤਾਂ ਕੰਧ ਚੋਂ ਇੱਕ ਨਿਕਲ ਜਵੇ ਆਇਆ ਭਤੀਜੇ ਆਇਆ कौन सी है ਉਹ ਵੀ ਆਪਣਾ ਬੰਦਾ ਵੀ ਕਹਿ ਜਾਵੇ ਬੜੀਆ ਤੂੰ ਮਜ਼ਾ मैं क्यों ਆਉਂਦਾ ਨਹੀਂ ਯਾਰ ਤੈਨੂੰ ਕਿਹਾ ਸੀ ਨਾ ਕਿ ਚਾਚੇ ਦੇ ਹੁੰਦਿਆਂ ਟੈਨਸ਼ਨ ਲੈਣ ਦੀ ਲੋੜ ਨਹੀਂ ਜਮਾਈ ਲੋੜ ਨਹੀਂ मैं जाना मेरा ਉਹ ਭਤੀਜੇ ਤੂੰ ਚੱਲ ਨਹੀਂ ਗਿਆ ਚਲੋ ਫਿਰ ਮਿਲਦੇ ਆ ਫਿਰ ਆਪਾਂ आएगा यार ਮੈਂ ਵੀ ਜਾਣਾ ਲੱਗਦਾ ਹੈਲੋ ਚਾਚਾ ਬੋਲਦਾ ਚਾਚਾ ਆ ਗਿਆ ਸਮਾਨ ਬਸ ਫਿਰ ਮੈਂ ਵੀ ਆ ਗਿਆ ਬਈ ਤੂੰ ਆ ਗਿਆ ਬਸ ਆ ਗਿਆ ਚੱਲ ਚਾਚੇ ਆ ਗਿਆ ਚੱਲੀਏ ਕੋਈ ਕੰਮ ਨਹੀਂ ਚੱਜਦਾ ਕਰਦੇ इलाके तेरे पैसे बन ਇਹ ਆਦੀ ਹਾਲ ਕਰਿਆ ਕੀ ਹਾਲ ਕਰਕੇ ਆਇਆ ਆ ਕਿਹਨੇ ਲਾਇਆ ਤੈਨੂੰ ਬੇਸ਼ਾਨ ਲਾਈ ਤੈਨੂੰ ਤੇਰਾ ਤਾਂ ਪਿਓ ਆ ਪਿੰਡਾ ਮਾਰ ਗਿਆ ਕਿਹਨੇ ਲਾਇਆ ਇਹਨਾਂ ਕੰਮਾਂ ਤੇ ਕਿਹਨੇ ਲਾਇਆ ਤੈਨੂੰ ਆ ਕੰਮ ਤੇ ਤੇ ਇੱਕ ਵਾਰ ਕਲਚਰ ਦਾ ਨਾਮ ਲਾ ਦੇ ਤੇ ਹੁਣੀ ਹੁਣੀ ਪੱਕੀਆਂ ਹੁੰਦੀਆਂ ਵਾ ਕੌਣ ਆ ਉਹ ਵਿਚਾਰ ਬੇਪਤਾ ਆਈ ਨਾ ਮੇਰਾ ਪੁੱਤ ਇਹਨੂੰ ਛੱਡ ਦੇ ਪੁੱਤ ਇਹਨੂੰ ਛੱਡ ਦੇ ਪੁੱਤ ਨਾ ਮੇਰਾ ਪੁੱਤ ਅਰੇ ਆ ਤਾਂ ਮੱਚ ਨਹੀਂ ਲੱਗੀ ਨਾ ਮੇਰਾ ਪੁੱਤ ਹੈ ਨਾ और केने कम बच रखी रा डिस्को दे ना ਤੇਰਾ ਪਿਓ ਇਹਦਾ ਕੰਮ ਤੇ ਮਰ ਗਿਆ ਬੇ ਪੁੱਤ ਤੇਰਾ ਤੇਰੇ ਤੇ ਇੰਤਜ਼ਾਰ ਤਾਂ ਰੱਖੀ ਕਰੀ ਗਿਆ ਬੇ ਪੁੱਤ तू पर मैं तो कुछ और सुनेगी ਚੰਗਾ ਨਹੀਂ ਉਹਨੇ ਕੋਲੇ ਕਿਉਂ ਜਾਣ ਲੱਗਿਆ ਉਹਨਾਂ ਦਾ ਪਹਿਲਾਂ ਹੀ ਸਾਡੀ ਗੱਲ ਵੰਡ ਕੀਤੀ ਹੋਈ ਹੈ ਹਾਏ ਵੇ मेरी कोई बंड नहीं तू जा निकल जा मूड खराब नहीं है कितनी नहीं रही है मिला के बैठे तेरे टिल्ले को सूरज दे लिया
ਹੁੰਦੀਆਂ ਨੇ ਮੇਰਾ ਪੁੱਤ ਆਪਾਂ ਪੁੱਤ ਪੜ੍ਹ ਲਿਖਣਾ ਵਾ ਅੱਗੇ ਵਧਣਾ ਤੇ ਤੂੰ ਆਪਣੀ ਮਾਂ ਦਾ ਸਹਾਰਾ ਬਣਨਾ ਮੇਰਾ ਪੁੱਤ ਹੈ हाँ जी दादी ਪੁੱਤ ਆ ਕੰਮ ਨਹੀਂ ਕਰਨਾ ਮੇਰੇ ਪੁੱਤ हाँ कर दूंगी चाल ले गया चाल ले भज के जा ये तो टंडा लगा नहीं गई मैं पड़ दो ਇੱਧਰ ਗਿਆ ਵੇ ਵੀਰੂ ਇਹ ਬਾਤ ਹੋ ਜਾ ਤੂੰ ਵੇ ਵੀਰੂ ਕਿੱਧਰ ਗਿਆ ਮੇਰਾ ਮੁੰਡਾ ਇਹ ਕੰਜਰ ਸਾਥ ਕੋਲੇ ਨਾ ਚਲੇ ਗਿਆ ਹੋਵੇ ਮੈਂ ਨਾ ਪੂਰੀ ਜਾਈ ਉਹਦੀ ਕਲਾਸ ਕਰਨੀ
ਉਹ ਬੱਲੇ ਭਤੀਜ ਆ ਗਿਆ ਚੱਲ ਠੀਕ ਆ ਭਤੀਜ ਮੈਂ ਲਗਾ ਲੈਣਾ ਚਿੱਟਾ ਹੋਰ ਤੂੰ ਜ਼ਮੀਨ ਵਾਲਾ ਕੰਮ ਨਿਬੇੜ ਜਾ ਕੇ ਉਹ ਚਿੱਟਾ ਭਤੀਜ ਬਾਦੋਂ ਤੈਨੂੰ ਕਿਹਾ ਯਾਰ ਭਤੀਜ ਗੱਲ ਆ ਕੋਈ ਯਾਰ ਭਾਈ ਮੇਰਾ ਵੀਰੂ ਵੇਖਿਆ ਤੁਸੀਂ ਹਾਂ ਬਣ ਚੱਲ ਚੰਗਾ ਮੈਂ ਕਹਿਦਾ ਚੱਲ ਕਰ ਤੈਨੂੰ ਤਾਂ ਜਾ ਕੇ ਟੋਪੂ ਜੀ ਕੀ ਕਰਨੀ ਚੱਲ ਚੱਲ ਕਰ ਚੱਲ ਬਾਬੂ ਜੀ ਆ ਦੇਖੋ ਕੀ ਬਣਿਆ ਫਿਰਦਾ ਹੈ ਕੀ ਹੋ ਗਿਆ ਪੁੱਤ ਇਹ ਕੀ ਬੋਲੀ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਘੱਟ ਬਹੁਤ ਹੋਇਆ ਪੁੱਤ ਕੀ ਹੋ ਗਿਆ ਆ ਦੇਖੋ ਬਾਬੂ ਜੀ ਅਸੀਂ ਕਿਹੜੀ ਫਿਰਦਾ ਆ ਦੇਖੋ ਇਹਦਾ ਹਾਲ ਏ ਕੀ ਹੋ ਗਿਆ ਪੁੱਤ ਆ ਕੀ ਕਰ ਲਿਆ ਤੂੰ ਓਏ ਐਸੇ ਦੁੱਖੋ ਤਾਂ ਤੇਰਾ ਬਾਪ ਮਰ ਗਿਆ ਪਹਿਲਾਂ ਚਿੱਟਾ ਲਾਉਂਦਾ ਹੁਣ ਤੂੰ ਲੱਗਿਆ ਇਹ ਕਿੱਥੇ ਜਾਊਗਾ ਪੁੱਤ ਤੂੰ ਕਿੱਥੇ ਜਾਵੇਂਗਾ ਤੇਰਾ ਹਾਲ ਕੀ ਹੋਊ ਸਾਡੇ ਪਰਿਵਾਰ ਦਾ ਜਿਵੇਂ ਆ ਸਾਡੇ ਨੌਜਵਾਨ ਬੰਦੇ ਨਸ਼ੇ ਤੇ ਲੱਗ ਗਏ ਉਹ ਪੁੱਤ ਤੇਰਾ ਅੱਗੇ ਬਾਪ ਵੀ ਤੇਰਾ ਇਸੇ ਤਰ੍ਹਾਂ ਹੀ ਮਰ ਗਿਆ ਉਹ ਪੁੱਤ ਫੇਰ ਉਹ ਵੀ ਗੱਲਾਂ ਕਰਨ ਤੇ ਆ ਗਿਆ ਤੂੰ ਜ਼ਮੀਨ ਤੁਹਾਡੀ ਮੇਰੇ ਮਰਿਆ ਤੋਂ ਬਾਅਦ ਵੀ ਤੇਰੀ ਹੋਈ ਆ ਉਹ ਪੁੱਤ ਤੇਰੀ ਹੋਈ ਆ ਉਹ ਪੁੱਤ ਸਮਝ ਜਾ ਲੋਕਾਂ ਦੇ ਘਰ ਕੱਟੇ ਗਏ ਸਾਰੀ ਜ਼ਮੀਨ ਤੇਰੀ ਹੋਈ ਆ ਮੇਰੇ ਮਰਨ ਤੋਂ ਬਾਅਦ ਹੋਈ ਤੇਰੀ ਹੋਈ ਆ ਆ ਗਿਆ ਨਜ਼ਾਰਾ ਚੱਲਦਾ ਫਿਰਦਾ ਨਾ ਮੇਰਾ ਸਾਲਾ ਇਸਰਾ ਕਰਦੇ ਓਏ ਆ ਗਈ ਭਤੀਜ ਹੋ ਗਿਆ ਕੰਮ ਜ਼ਮੀਨ ਵਾਲਾ ਨਾ ਭਤੀਜ ਨਾ ਭਤੀਜ ਏਦਾਂ ਨਹੀਂ ਕਰਨਾ ਪਹਿਲਾਂ ਚਿੱਟਾ ਨਹੀਂ ਜ਼ਮੀਨ ਨਾ ਕਰਾ ਮੇਰੇ ਨਾ ਭਤੀਜ ਜਮਾਈ ਨਹੀਂ ਮੈਂ ਸਾਲਾ ਕਨਾਸਾ ਮਾਰ ਕੇ ਸਿਰ ਖੋਲ ਨੂੰ ਬੋਲਿਆ ਵਾਲਾ ਜਮਾਈ ਨਹੀਂ ਪਹਿਲਾਂ ਜ਼ਮੀਨ ਨਾ ਕਰਾਓ ਫੇਰ ਜਿੰਨਾ ਮਰਜ਼ੀ ਚਿੱਟਾ ਜਿੰਨਾ ਮਰਜ਼ੀ ਨਾ ਜਮਾਈ ਨਹੀਂ ਜ਼ਮੀਨ ਉਹ ਤੂੰ ਜਾ ਹਾਂ ਦਿਮਾਗ ਹੀ ਜਾਂਦਾ ਜ਼ਮੀਨ ਜਾਓ ਜ਼ਮੀਨ ਜਾਂਦੀ ਜਾਂਦੀ ਗੰਦੀ ਜਾਂਦੀ ਪਹਿਲਾਂ ਜ਼ਮੀਨ ਇਹ ਚਿੱਟਾ ਮੈਂ ਚਾਚਾ ਵੀ ਤੂੰ ਜ਼ਮੀਨ ਵਾਲਾ ਕੰਮ ਨਿਬੇੜ ਪਹਿਲਾਂ
ਮੈਂ ਪਹਿਲੀ ਵਾਰ ਜਿਹੜਾ ਪਲੇ ਖੇਡਿਆ, ਮੈਂ ਬੱਚਿਆਂ ਨੂੰ ਪੜ੍ਹਾਉਂਦਾ ਰਿਹਾ ਪਰ ਮੈਂ ਨਹੀਂ ਕਦੇ ਰੋਲ ਖੇਡਿਆ। ਮੈਂ ਪਹਿਲੀ ਵਾਰ ਖੇਡਿਆ, ਮੈਨੂੰ ਸੱਚੀ ਮੁੱਚੀ ਅੱਖਾਂ ਦੇ ਵਿੱਚ ਸੀਨ ਨਜ਼ਰ ਆ ਗਿਆ ਜਿਹੜਾ ਮਾਂ ਦਾ ਪੁੱਤ ਚਲੇ ਜਾਂਦਾ, ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਓਰੀਜਨਲ ਹੰਝੂ ਆਏ ਨੇ, ਕਿਉਂਕਿ ਮੇਰੇ ਸੀਨ ਅੱਖਾਂ ਦੇ ਸਾਹਮਣੇ ਆਇਆ, ਕਿਉਂਕਿ ਕੱਲਾ ਕੱਲਾ ਪੁੱਤ ਮਾਂ ਦਾ ਸਾਡੇ ਪਿੰਡੋਂ ਵੀ ਗਿਆ। ਮੈਂ ਪਹਿਲੀ ਵਾਰ ਇਹ ਪਲੇ ਜਿਹੜਾ ਮੈਂ ਆਪ ਸਟੇਜ ਦੇ ਉੱਤੇ ਰੋਲ ਕਰਿਆ, ਨਹੀਂ ਮੈਂ ਕਦੇ ਰੋਲ ਨਹੀਂ ਕਰਦਾ ਸਟੇਜ ਦੇ ਉੱਤੋਂ, ਨਾ ਮੈਨੂੰ ਕਰਨਾ ਆਉਂਦਾ, ਪਰ ਇਹ ਬੱਚਿਆਂ ਨੇ ਮੈਨੂੰ ਵੀ ਕੁਝ ਨਾ ਕੁਝ ਕਹਿੰਦੇ ਵੀ ਸਰਦਾਰ ਜੀ ਬਾਪੂ ਜੀ ਤੁਸੀਂ ਵੀ ਕੁਝ ਨਾ ਕੁਝ ਕਰਿਆ ਕਰੋ। ਮੈਂ ਵੀ ਇਹ ਯਤਨ ਕਰਿਆ ਕਿ ਲੋਕਾਂ ਨੂੰ ਕੁਝ ਨਾ ਕੁਝ ਸੁਨੇਹਾ ਦੇਈਏ। ਨੌਜਵਾਨੋ, ਬਚ ਜਾਓ ਨਸ਼ਿਆਂ ਤੋਂ। ਅਗਰ ਮਾਂ ਬਾਪ ਨੇ ਤੁਹਾਨੂੰ ਜਨਮ ਦਿੱਤਾ, ਮਾਂ ਬਾਪ ਨੂੰ ਕੁਝ ਨਾ ਕੁਝ ਬਣ ਕੇ ਦਿਖਾਓ, ਨਸ਼ਿਆਂ ਦੇ ਵਿੱਚ ਗਲਤਾਨ ਜ਼ਿੰਦਗੀ ਕਰਕੇ ਆਪਣੀ ਐਵੇਂ ਬਰਬਾਦ ਨਾ ਕਰਕੇ ਜਾਓ। ਸੋ ਧੰਨਵਾਦ ਜੀ, ਇੱਕ ਜ਼ੋਰਦਾਰ ਤਾੜੀ ਲਾ ਦਿਓ ਇਹਨਾਂ ਬੱਚਿਆਂ ਦੇ ਨਾਮ ਤੇ। ਮੈਂ ਬੱਚਿਆਂ ਨੂੰ ਸਟੇਜ ਤੇ ਬੁਲਾਵਾਂਗਾ, ਇੱਧਰ ਆਓ ਸਾਰੇ ਬੱਚੇ, ਆਓ ਸੱਜਿਆ ਨਾਲ ਸਮਨਜੀਤ ਸਾਰੇ ਆ। ਇਹ ਗੁੱਡੀ ਲਵਪ੍ਰੀਤ ਕੌਰ ਆ, ਮੈਡੀਕਲ ਦੇ ਨਾਲ ਇਹਨੇ ਪਲੱਸ 2 ਕਰੀ ਆ, ਇਹ ਕਟਾਣਾ ਸਾਹਿਬ ਕਾਲਜ ਦੇ ਵਿੱਚ ਹੁਣ ਪੜ੍ਹਦੀ ਆ। ਇਹ ਬੇਟੀ ਮਨਪ੍ਰੀਤ ਕੌਰ ਜਿਹਨੇ ਮੁੰਡੇ ਦਾ ਰੋਲ ਅਦਾ ਕਰਿਆ, BA ਕਰਕੇ ਅਕਾਊਂਟ ਦਾ ਕੰਮ ਕਰਦੀ ਆ। ਇਹ ਕਾਕਾ ਸਰਚਾਨ ਸਿੰਘ ਜੀ ਜਿਹੜਾ GNA ਕਾਲਜ ਦੇ ਵਿੱਚ ਡਿਗਰੀ ਕਰਦਾ। ਇਹ ਬੇਟੀ, ਇਹ ਮੇਰੀ ਬੇਟੀ ਆ, ਵੈਸੇ ਤਾਂ ਸਾਰੇ ਪਰਿਵਾਰ ਮੇਰਾ ਹੀ ਆ। ਇਹ ਮੇਰੀ ਬੇਟੀ ਆ, ਦੇਖਣ ਨੂੰ ਲੱਗਦੀ ਹੈ ਨਿੱਕੀ ਜਿਹੀ, ਤਿੱਖੀ ਬਹੁਤ ਆ ਇਹ। ਇਹ BTech ਕਰਕੇ GNA ਕਾਲਜ ਦੇ ਵਿੱਚੋਂ MTech ਕਰੀ ਆ, MTech ਕਰੀ ਆ ਤੇ ਨੈਟ ਵੀ ਕਲੀਅਰ ਆ ਬੇਟੀ ਦਾ। ਇਹ ਬੱਬੂ ਕਢਾਣੀ ਜੀ ਜਿਨ੍ਹਾਂ ਨੇ ਜਿਹੜਾ ਪਲੇ ਆ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਸਿਖਾਉਣ ਦੀ ਜਾਂ ਦਿਖਾਉਣ ਦੀ ਇਹਨਾਂ ਦਾ ਬਹੁਤ ਵੱਡਾ ਰੋਲ ਆ। ਰਮਨਦੀਪ ਕੌਰ ਇਹ ਸਾਡੇ ਨਾਲ ਪਹਿਲੀ ਵਾਰ ਆਈ ਹੈ ਨਾਟਕ ਦੇ ਵਿੱਚ। ਇਹ ਪਲੱਸ 2 ਗਿੱਲਾਂ ਹਾਈ ਸਕੂਲ ਸੀਨੀਅਰ ਸਕੂਲ ਦੇ ਵਿੱਚ ਪੜ੍ਹਦੀ ਆ। ਸਿਮਰਨਜੀਤ ਕੌਰ ਇਹ ਵੀ ਪਲੱਸ 2 ਦੇ ਵਿੱਚ ਗਿੱਲਾਂ ਸੀਨੀਅਰ ਸਕੂਲ ਦੇ ਵਿੱਚ ਪੜ੍ਹਦੀ ਆ। ਕਾਕਾ ਗੋਬਿੰਦ ਇਹ ਸੰਗਵਾਲ ਸੀਨੀਅਰ ਸਕੂਲ ਦੇ ਵਿੱਚ ਪੜ੍ਹਦਾ, ਜਿਹੜਾ ਕਿ ਆਪਾਂ ਨਾਟਕ ਦੇਖਣਾ ਆ ਕੇ ਭੀਮ ਮਹਾਨ ਅਪੇਰਾ ਉਹ ਵੀ ਦਿਖਾਵਾਂਗੇ। ਉਸ ਤੋਂ ਪਹਿਲਾਂ ਦਿਖਾਵਾਂਗੇ ਤੁਹਾਨੂੰ ਮੋਚੀ ਦਾ ਪੁੱਤ ਸੰਜੇ ਆਜ਼ਾਦ। ਇਹ ਬਹੁਤ ਦੂਰੋਂ ਆਏ ਨੇ, ਸਵੇਰ ਦੇ ਚੱਲੇ ਹੋਏ ਨੇ, ਸਾਡੇ ਕੋਲੇ ਇਹ 6 ਵਜੇ ਪਹੁੰਚੇ ਨੇ। ਇਹ ਜਲਾਲਾਬਾਦ ਤੋਂ ਆਏ। ਸਾਡੀਆਂ ਪੰਜਾਬ ਦੇ ਅੰਦਰ 6 ਟੀਮਾਂ ਕੰਮ ਕਰਦੀਆਂ ਨੇ। ਆ ਜਿਹੜਾ ਲਿਖਿਆ ਨਾ ਇਕਾਈ ਪ੍ਰੀ ਨਿਰਮਾਣ ਦਿਵਸ ਸਮਰਪਿਤ ਨਾਟਕ ਮੇਲਾ ਕਰਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਆਪਾਂ ਸਾਰੇ ਸ਼ਰਧਾ ਸੁਮਨ ਅਰਪਣ ਕਰਨ ਵਾਸਤੇ ਆਏ ਹਾਂ, ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਇਸ ਦੇਸ਼ ਦੇ ਵਿੱਚ 14 ਅਪ੍ਰੈਲ 1892 ਨੂੰ ਮਹਾਰਾਸ਼ਟਰ ਦੀ ਧਰਤੀ ਉੱਤੇ ਪੈਦਾ ਹੋਏ। ਜਦੋਂ ਬਾਬਾ ਸਾਹਿਬ ਆਏ, ਉਹਨਾਂ ਸਮਿਆਂ ਦੇ ਰਾਜਨੀਤਿਕ ਹਾਲਤ, ਧਾਰਮਿਕ ਹਾਲਤ, ਸਮਾਜਿਕ ਹਾਲਤ ਕਿ ਸਮਾਜ ਜਿਹੜਾ ਉਹ 4 ਭਾਗਾਂ ਵਿੱਚ ਵੰਡਿਆ ਹੋਇਆ ਸੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਭਾਰਤ ਦੇਸ਼ ਲੰਬੇ ਸਮੇਂ ਤੋਂ ਜਾਤਾਂ ਪਾਤਾਂ, ਧਰਮਾਂ, ਮਜ਼ਹਬਾਂ ਦੇ ਵਿੱਚ ਵੰਡਿਆ ਹੋਇਆ ਸੀ ਔਰ ਸਮੇਂ-ਸਮੇਂ ਤੇ ਇਸ ਦੇਸ਼ ਦੇ ਵਿੱਚੋਂ ਇਹ ਸਮਾਜਿਕ ਬੁਰਾਈਆਂ ਖਤਮ ਕਰਨ ਵਾਸਤੇ ਰਹਿਬਰ ਆਏ, ਗੁਰੂ ਪੀਰ ਆਏ, ਜਿਨ੍ਹਾਂ ਨੇ ਇੱਥੇ ਆ ਕੇ ਭਾਈਚਾਰਕ ਸਾਂਝ ਪੈਦਾ ਕਰਨ ਵਾਸਤੇ, ਇੱਕ ਸੁਰਤਾ ਪੈਦਾ ਕਰਨ ਵਾਸਤੇ, ਜਾਤ-ਪਾਤ ਪ੍ਰਥਾ ਖਤਮ ਕਰਨ ਵਾਸਤੇ ਇੱਥੇ ਨਾਅਰਾ ਲਾਇਆ। ਚਾਹੇ ਉਹ ਕਬੀਰ ਸਾਹਿਬ ਹੋਣ, ਗੁਰੂ ਨਾਨਕ ਸਾਹਿਬ ਹੋਣ, ਗੁਰੂ ਗੋਬਿੰਦ ਸਿੰਘ ਜੀ ਹੋਣ, ਜਿਨ੍ਹਾਂ ਨੇ ਇੱਥੇ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਦਾ ਜਿਹੜਾ ਸੁਨੇਹਾ ਉਹ ਸਾਨੂੰ ਦਿੱਤਾ। ਕਬੀਰ ਸਾਹਿਬ ਨੇ ਤਾਂ ਬਾਣੀ ਵਿੱਚ ਲਿਖਿਆ ਕਿ ਅੱਵਲ ਅੱਲਾ ਨੂਰ ਅਪਾਇਆ, ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਓ, ਕੌਣ ਭਲੇ ਕੌਣ ਬੰਦੇ। ਔਰ ਇਹ ਸੁਨੇਹਾ ਭਾਰਤ ਵਿੱਚੋਂ ਬਰਾਬਰਤਾ ਦੇਣ ਵਾਸਤੇ ਔਰ ਜਾਤ ਪਾਤ ਪ੍ਰਥਾ ਖਤਮ ਕਰਨ ਵਾਸਤੇ ਸਾਡੇ ਗੁਰੂਆਂ ਪੀਰਾਂ ਰਹਿਬਰਾਂ ਨੇ, ਚਾਹੇ ਉਹਨਾਂ ਨੂੰ ਆਪਣਾ ਸਾਰਾ ਸਰਵੰਸ ਵਾਰਨਾ ਪਿਆ, ਇੱਥੇ ਇਹ ਸਮਾਜਿਕ ਬੁਰਾਈਆਂ ਦੇ ਖਿਲਾਫ ਉਹਨਾਂ ਨੇ ਲੰਬਾ ਸਮਾਂ ਜਿਹੜਾ ਉਹ ਸੰਘਰਸ਼ ਕੀਤਾ। ਜਦੋਂ ਡਾਕਟਰ ਅੰਬੇਡਕਰ ਜੀ ਆਏ, ਉਸ ਵੇਲੇ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਸੀ। 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਹੈ ਜਿਹੜੀ ਉਹ ਭਾਰਤ ਉੱਤੇ ਆ ਜਾਂਦੀ ਹੈ। 1600 ਈਸਵੀ ਦੇ ਵਿੱਚ ਈਸਟ ਇੰਡੀਆ ਕੰਪਨੀ ਜਿਹੜੀ ਕਿ ਮਸਾਲੇ ਵੇਚਣ ਵਾਸਤੇ, ਵਪਾਰ ਕਰਨ ਵਾਸਤੇ ਭਾਰਤ ਵਿੱਚ ਸਮੁੰਦਰੀ ਰਸਤੇ ਰਾਹੀਂ ਆਈ ਔਰ 150 ਸਾਲ ਇਸ ਦੇਸ਼ ਦੇ ਵਿੱਚ ਉਹ ਆਪਣਾ ਉਧਰੋਂ ਮਾਲ ਬਣਾ ਕੇ ਲਿਆਉਂਦੇ ਤੇ ਵੇਚ ਕੇ ਚਲੇ ਜਾਂਦੇ। ਜਿਹੜੇ ਪੜ੍ਹੇ ਲਿਖੇ ਲੋਕ ਨੇ, ਜਿਹੜੇ ਸਕੂਲਾਂ ਵਿੱਚ ਪੜ੍ਹੇ ਆ, ਉਹਨਾਂ ਨੂੰ ਪਤਾ
ਕਿ 150 ਸਾਲ ਅੰਗਰੇਜ਼ ਲਗਾਤਾਰ ਇੱਥੇ ਆਪਣਾ ਵਪਾਰ ਕਰਦੇ ਰਹੇ ਔਰ 150 ਸਾਲ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਬਈ ਭਾਰਤ ਤਾਂ ਵੰਡਿਆ ਹੋਇਆ ਧਰਮਾਂ ਦੇ ਵਿੱਚ, ਜਾਤਾਂ ਵਿੱਚ ਵੰਡਿਆ ਹੋਇਆ ਹੈ, ਮਜ਼੍ਹਬਾਂ ਵਿੱਚ ਵੰਡਿਆ ਹੋਇਆ, ਇੱਥੇ ਰਾਜ ਕੀਤਾ ਜਾ ਸਕਦਾ। ਔਰ ਉਹਨਾਂ ਨੇ 1757 ਈਸਵੀ ਨੂੰ ਪਲਾਸੀ ਦੇ ਸਥਾਨ ਉੱਤੇ ਅਵਧ ਦੇ ਨਵਾਬ ਸਿਰਾਜੁਦੌਲਾ ਨੂੰ ਹਰਾ ਕੇ ਅਵਧ ਦੇ ਨਵਾਬ ਸਿਰਾਜੁਦੌਲੇ ਨੂੰ ਹਰਾ ਕੇ ਭਾਰਤ ਤੇ ਅੰਗਰੇਜ਼ਾਂ ਦੇ ਰਾਜ ਦਾ ਜਿਹੜਾ ਉਹ ਮੋਢਾ ਉਹ 1757 ਦੀ ਪਲਾਸੀ ਦੀ ਲੜਾਈ ਦੇ ਵਿੱਚ ਵੱਜ ਜਾਂਦਾ ਹੈ। ਫਿਰ ਅੰਗਰੇਜ਼ ਆ ਜਿਹੜੇ ਉਹ ਲਗਾਤਾਰ, ਕਿਉਂਕਿ ਭਾਰਤ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ ਔਰ 1757 ਦੇ ਵਿੱਚ ਭਾਰਤ ਉੱਤੇ ਪਲਾਸੀ ਦੇ ਸਥਾਨ ਉੱਤੇ ਅੰਗਰੇਜ਼ਾਂ ਨੇ ਦੱਖਣ ਜਿੱਤਿਆ। 1764 ਦੇ ਵਿੱਚ ਉਹਨਾਂ ਨੇ ਬਕਸਰ ਦੀ ਲੜਾਈ ਲੜ ਕੇ ਉਹ ਜਿੱਤਿਆ। ਏਦਾਂ ਹੌਲੀ ਹੌਲੀ ਜਿਹੜੇ ਅੰਗਰੇਜ਼ ਉਹ ਭਾਰਤ ਉੱਤੇ ਆਪਣਾ ਜਿਹੜਾ ਉਹ ਕਬਜ਼ਾ ਕਰਦੇ ਰਹੇ ਔਰ ਅੰਗਰੇਜ਼ਾਂ ਨੇ ਆ ਕੇ ਬਹੁਤ ਸਾਰੇ ਕੰਮ ਵੀ ਕੀਤੇ, ਜਿਵੇਂ ਇਸ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਉਹ ਸਤੀ ਪ੍ਰਥਾ, ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਤਾਂ ਉਹਨੂੰ ਜਿਉਂਦੇ ਹੀ ਜਿਹੜਾ ਚਿਖਾ ਦੇ ਵਿੱਚ ਜਿਹੜਾ ਉਹ ਸਾੜ ਦਿੰਦੇ। ਔਰ ਪਹਿਲੀ ਵਾਰੀ ਅੰਗਰੇਜ਼ਾਂ ਨੇ ਲਾਰਡ ਵਿਲੀਅਮ ਬੈਂਟਨ ਜਦੋਂ ਇੱਥੋਂ ਦਾ ਵਾਇਸਰਾਏ ਬਣ ਕੇ ਆਇਆ ਤਾਂ ਉਹਨੇ 1829 ਵਿੱਚ ਇੱਕ ਕਾਨੂੰਨ ਪਾਸ ਕੀਤਾ ਔਰਤਾਂ ਦੇ ਹੱਕ ਦੇ ਵਿੱਚ ਕਿ ਅੱਜ ਤੋਂ ਬਾਅਦ ਜੇ ਕੋਈ ਜਿਹੜਾ ਹੈਗਾ ਉਹ ਔਰਤ ਨੂੰ ਸਤੀ ਕਰੇਗਾ, ਜਿਉਂਦੀ ਨੂੰ ਸਾੜੇਗਾ ਤਾਂ ਉਹਦਾ ਸਾਰਾ ਟੱਬਰ ਜੇਲ੍ਹ ਜਾਣਾ ਪਵੇਗਾ। ਇਦਾਂ ਦੀਆਂ ਸਮਾਜ ਸੁਧਾਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਕਿ ਸਮਾਜ ਬਦਲੇ ਔਰ ਅੰਗਰੇਜ਼ ਜਿਹੜੇ ਰਾਜ ਕਰਦੇ ਰਹੇ। ਪੰਜਾਬ ਦੇ ਉੱਤੇ 1780 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਔਰ 1799 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਉਹ ਪੰਜਾਬ ਦੇ ਜਿਹੜੇ ਉਹ ਮਹਾਰਾਜਾ ਬਣ ਜਾਂਦੇ ਨੇ। ਪੰਜਾਬ ਦਾ ਰਾਜ ਭਾਗ ਉੱਤੇ ਜਿਹੜੇ ਹੈਗੇ ਉਹ ਸਿੱਖਾਂ ਦਾ ਕਬਜ਼ਾ ਹੋ ਜਾਂਦਾ ਹੈ ਔਰ 1839 ਈਸਵੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲ ਇੱਥੇ ਖਾਨਾ ਜੰਗੀ ਰਹੀ ਔਰ 1849 ਦੇ ਵਿੱਚ ਅੰਗਰੇਜ਼ ਪੰਜਾਬ ਉੱਤੇ ਵੀ ਕਬਜ਼ਾ ਕਰ ਲੈਂਦੇ ਹਨ। ਇਸ ਤਰੀਕੇ ਨਾਲ ਜਿਹੜਾ ਭਾਰਤ ਦੇ ਉੱਤੇ ਅੰਗਰੇਜ਼ਾਂ ਨੇ ਹੌਲੀ ਹੌਲੀ, ਕਿਉਂਕਿ ਉਹ ਚਾਹੁੰਦੇ ਸੀ ਕਿ ਭਾਰਤ ਨੂੰ ਲੰਬੇ ਸਮੇਂ ਵਾਸਤੇ ਗੁਲਾਮ ਬਣਾਇਆ ਜਾਵੇ ਔਰ ਉਹਨਾਂ ਨੇ ਇੱਥੇ ਆਪਣੇ ਧਰਮ ਈਸਾਈ ਧਰਮ ਨੂੰ ਬਣਾਉਣ ਵਾਸਤੇ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਤੇ ਤਾਂ ਕਿ ਲੋਕ ਪੜ੍ਹ ਲਿਖ ਜਾਣਗੇ, ਬਾਈਬਲ ਪੜ੍ਹਨਗੇ ਤਾਂ ਲੋਕ ਨੇ ਜਿਹੜੇ ਸਾਡੇ ਧਰਮ ਦੇ ਨੂੰ ਅਡਾਪਟ ਕਰ ਲੈਣਗੇ। ਔਰ ਉਹਨਾਂ ਹੀ ਸਕੂਲਾਂ ਵਿੱਚ 14 ਅਪ੍ਰੈਲ 1891 ਨੂੰ ਡਾਕਟਰ ਅੰਬੇਡਕਰ ਜੀ ਪੈਦਾ ਹੋ ਕੇ ਉਹਨਾਂ ਸਕੂਲਾਂ ਦੇ ਵਿੱਚ ਪੜ੍ਹਨ ਲੱਗੇ। ਡਾਕਟਰ ਅੰਬੇਡਕਰ ਜੀ ਦੇ ਪਿਤਾ ਜੀ ਸੂਬੇਦਾਰ ਰਾਮ ਜੀ ਜਿਹੜੇ ਕਿ ਅੰਗਰੇਜ਼ਾਂ ਦੀ ਮਿਲਟਰੀ ਵਿੱਚ ਸੂਬੇਦਾਰ ਸਨ ਤਾਂ ਉਹਨਾਂ ਨੇ ਆਪਣੇ ਸਾਰੇ ਹੀ ਬੇਟੇ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਔਰ 1907 ਦੇ ਵਿੱਚ ਡਾਕਟਰ ਅੰਬੇਡਕਰ ਪਹਿਲਾ ਵਿਅਕਤੀ ਸੀ ਜਿਹਨੇ 10ਵੀਂ ਪਾਸ ਕੀਤੀ। ਭਾਰਤ ਦੇ ਧਰਤੀ ਦੇ ਉੱਤੇ ਜਿਨ੍ਹਾਂ ਲੋਕਾਂ ਨੂੰ ਇਸ ਦੇਸ਼ ਦੇ ਵਿੱਚ ਦੱਬੇ ਕੁਚਲ ਲਤਾੜੇ ਲੋਕ ਕਿਹਾ ਗਿਆ, ਜਿਹੜੇ ਲੋਕ ਇਸ ਦੇਸ਼ ਦੇ ਵਿੱਚ ਕੁੱਤਿਆਂ ਬਿੱਲਿਆਂ ਜਿਹੀ ਜ਼ਿੰਦਗੀ ਬਤੀਤ ਕਰਦੇ ਸੀ ਔਰ ਪਹਿਲੀ ਵਾਰੀ 1907 ਦੇ ਵਿੱਚ ਅੰਗਰੇਜ਼ੀ ਰਾਜ ਦੇ ਵਿੱਚ ਡਾਕਟਰ ਅੰਬੇਡਕਰ ਜਿਹੜਾ ਉਹ 10ਵੀਂ ਪਾਸ ਕਰ ਲੈਂਦਾ ਹੈ ਔਰ 1912 ਵਿੱਚ ਡਾਕਟਰ ਅੰਬੇਡਕਰ ਪਹਿਲਾ ਵਿਅਕਤੀ ਆ ਜਿਹੜਾ ਸਾਡੇ ਵਿੱਚੋਂ ਜਿਹੜਾ BA ਪਾਸ ਕਰ ਲੈਂਦਾ ਹੈ। 1915 ਦੇ ਵਿੱਚ ਡਾਕਟਰ ਅੰਬੇਡਕਰ ਪਹਿਲਾ ਵਿਅਕਤੀ ਹੈ ਜਿਹੜਾ ਕਿ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ MA ਪਾਸ ਕਰ ਲੈਂਦਾ ਹੈ ਔਰ ਕੋਲੰਬੀਆ ਯੂਨੀਵਰਸਿਟੀ ਤੋਂ PhD ਡਿਗਰੀ ਪ੍ਰਾਪਤ ਕਰਕੇ ਡਾਕਟਰ ਅੰਬੇਡਕਰ ਵਾਪਸ ਭਾਰਤ ਆਏ ਔਰ ਜਦੋਂ ਕੋਲੰਬੀਆ ਯੂਨੀਵਰਸਿਟੀ ਵਿੱਚ ਡਾਕਟਰ ਅੰਬੇਡਕਰ ਪੜ੍ਹਦੇ ਸਨ ਤਾਂ ਉਹਨਾਂ ਨੂੰ ਵਜ਼ੀਫਾ ਜਿਹੜਾ ਮਹਾਰਾਜਾ ਪ੍ਰਤਾਪ ਦਿੰਦੇ ਸਨ ਔਰ ਉਹਨਾਂ ਦਾ ਇਕਰਾਰਨਾਮਾ ਹੋਇਆ ਸੀ ਕਿ ਡਾਕਟਰ ਅੰਬੇਡਕਰ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਜਦੋਂ ਆਉਣਗੇ ਤਾਂ ਮੇਰੇ ਰਾਜ ਦੇ ਵਿੱਚ ਬੜੌਦਾ ਰਿਆਸਤ ਦੇ ਵਿੱਚ ਸੇਵਾ ਕਰਨਗੇ। ਜਦੋਂ ਡਾਕਟਰ ਅੰਬੇਡਕਰ PhD ਕਰਕੇ ਵਾਪਸ ਬੜੌਦਾ ਰਿਆਸਤ ਵਿੱਚ ਆਏ ਤਾਂ ਉਹਨਾਂ ਨੂੰ ਉੱਥੇ ਮਿਲਟਰੀ ਸੈਕਟਰੀ ਨਿਯੁਕਤ ਕੀਤਾ ਗਿਆ ਔਰ ਜਦੋਂ ਡਾਕਟਰ ਅੰਬੇਡਕਰ ਮਿਲਟਰੀ ਸੈਕਟਰੀ ਲੱਗੇ ਤਾਂ ਉਹਨਾਂ ਦਾ PM ਜਿਹੜਾ ਉੱਚੀ ਜਾਤ ਦਾ ਸੀ ਉਹ ਡਾਕਟਰ ਅੰਬੇਡਕਰ ਦੇ ਸਾਹਮਣੇ ਬੈਲ ਬਣਾ ਕੇ ਮਾਰਦਾ ਕਿ ਤੂੰ ਨੀਵੀਂ ਜਾਤ ਦਾ ਹੈ। ਇਦਾਂ ਜਾਤੀ ਪਾਤੀ ਸੰਤਾਪ ਨੂੰ ਡਾਕਟਰ ਅੰਬੇਡਕਰ ਨੇ ਆਪਣੇ ਪਿੰਡੇ ਉੱਤੇ ਹਟਾਇਆ। 11ਵੇਂ ਦਿਨ
ਜਿਸ ਸਰਾਂ ਦੇ ਵਿੱਚ ਡਾਕਟਰ ਅੰਬੇਡਕਰ ਰਹਿੰਦੇ ਸਨ ਕਿਰਾਏ ਤੇ, ਉਹ ਸਰਾਂ ਦੇ ਮਾਲਕਾਂ ਨੂੰ ਪਤਾ ਲੱਗਿਆ ਕਿ ਡਾਕਟਰ ਅੰਬੇਡਕਰ ਤਾਂ ਨੀਵੀਂ ਜਾਗਾ ਹੈ, ਸ਼ੂਦਰ ਹੈ, ਤਾਂ ਡਾਕਟਰ ਅੰਬੇਡਕਰ ਨੂੰ ਉਹਨਾਂ ਨੇ ਕੁੱਟ-ਕੁੱਟ ਕੇ ਸਰਾਂ ਦੇ ਵਿੱਚੋਂ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਔਰ ਸਮਾਨ ਚੁੱਕ ਕੇ ਬਾਹਰ ਮਾਰਿਆ। ਇਹ 1917 ਦੀ ਘਟਨਾ ਹੈ। ਡਾਕਟਰ ਅੰਬੇਡਕਰ ਦਾ ਸਮਾਨ ਚੱਕ ਕੇ ਬਾਹਰ ਮਾਰਿਆ। ਡਾਕਟਰ ਅੰਬੇਡਕਰ ਇੱਕ ਦਰਖਤ ਥੱਲੇ ਬੈਠਾ ਰੋ ਰਿਹਾ ਕਿ ਮੈਂ ਪੜ੍ਹਿਆ ਲਿਖਿਆ ਮਿਲਟਰੀ ਸੈਕਟਰੀ PhD ਪ੍ਰਾਪਤ ਵਿਅਕਤੀ, ਅਗਰ ਮੇਰਾ ਇਹ ਹਾਲ ਹੈ, ਜਿਹੜਾ ਸਮਾਨ ਮੇਰਾ ਝੁੱਗੀਆਂ ਵਿੱਚ ਰਹਿੰਦਾ ਹੈ, ਉਹ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਦਾ ਹੋਵੇਗਾ। ਡਾਕਟਰ ਅੰਬੇਡਕਰ ਨੇ ਰੋਂਦੇ ਹੋਏ ਨੇ ਪਰਨ ਲਿਆ 1917 ਦੇ ਵਿੱਚ ਕਿ ਅਗਰ ਮੈਂ ਆਪਣੇ ਲੋਕਾਂ ਦੀਆਂ ਗੁਲਾਮੀ ਦੀਆਂ ਜੀਰਾਂ ਨਾ ਕਰ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਵਾਂਗਾ। 1917 ਵਿੱਚ ਡਾਕਟਰ ਅੰਬੇਡਕਰ ਨੇ ਪਰਨ ਲਿਆ ਔਰ 1917 ਦੇ ਵਿੱਚ ਡਾਕਟਰ ਅੰਬੇਡਕਰ ਨੇ ਰਾਜ ਅੰਗਰੇਜ਼ਾਂ ਦਾ ਸੰਘਰਸ਼ ਸ਼ੁਰੂ ਕਰ ਦਿੱਤਾ ਔਰ ਅੰਗਰੇਜ਼ੀ ਰਾਜ ਦੇ ਵਿੱਚ ਡਾਕਟਰ ਅੰਬੇਡਕਰ ਵੱਖ-ਵੱਖ ਕਮਿਸ਼ਨਾਂ ਦੇ ਅੱਗੇ ਮੰਗ ਪੱਤਰ ਦੇਣ ਲੱਗੇ। ਸੰਘਰਸ਼ ਦੇ ਰਾਹੀਂ ਉਹਨਾਂ ਨੇ ਧਰਨੇ ਮੁਜ਼ਾਹਰੇ ਰੋਸ ਰੈਲੀਆਂ ਸ਼ੁਰੂ ਕੀਤੀਆਂ ਕਿ ਸਾਨੂੰ ਵੀ ਬਰਾਬਰਤਾ ਚਾਹੀਦੀ ਹੈ। ਅਸੀਂ ਇਸ ਦੇਸ਼ ਦੇ ਵਿੱਚ ਮੇਰਾ ਸਮਾਜ ਜਿਹੜਾ ਲੰਬੇ ਸਮੇਂ ਤੋਂ ਕੁੱਤਿਆਂ ਬਿੱਲਿਆਂ ਜਾਨਵਰਾਂ ਵਾਲੀ ਜ਼ਿੰਦਗੀ ਜਿਉ ਰਿਹਾ ਹੈ, ਸਕੂਲਾਂ ਕਾਲਜਾਂ ਵਿੱਚ ਇਹਨਾਂ ਨੂੰ ਜਾਣ ਦਿੱਤਾ ਜਾਂਦਾ, ਵਧੀਆ ਮਕਾਨ ਬਣਾ ਕੇ ਇਹ ਨਹੀਂ ਰਹਿ ਸਕਦੇ, ਚੰਗੇ ਕੱਪੜੇ ਇਹ ਨਹੀਂ ਪਾ ਸਕਦੇ ਔਰ ਗੁਲਾਮੀ ਦੀਆਂ ਜੀਰਾਂ ਕੱਟਣ ਵਾਸਤੇ ਡਾਕਟਰ ਅੰਬੇਡਕਰ ਨੇ ਲੰਮਾ ਸਮਾਂ ਇਸ ਦੇਸ਼ ਦੇ ਵਿੱਚ ਸੰਘਰਸ਼ ਕੀਤਾ। ਚਾਹੇ ਸਾਊਥ ਬੋਰੋ ਕਮੇਟੀ ਦੇ ਅੱਗੇ ਮੰਗ ਪੱਤਰ ਦੇਣ ਦੀ ਗੱਲ ਹੋਵੇ, ਚਾਹੇ ਸਾਈਮਨ ਕਮਿਸ਼ਨ ਅੱਗੇ ਮੰਗ ਪੱਤਰ ਦੇਣ ਦੀ ਗੱਲ ਹੋਵੇ, ਡਾਕਟਰ ਅੰਬੇਡਕਰ ਨੇ ਸਾਡਾ ਪੱਖ ਅੰਗਰੇਜ਼ਾਂ ਦੇ ਸਾਹਮਣੇ ਰੱਖਿਆ ਔਰ ਸਾਡੇ ਪੱਖ ਨੂੰ ਜਾਣਨ ਤੋਂ ਬਾਅਦ ਡਾਕਟਰ ਅੰਬੇਡਕਰ ਨੇ ਭਾਰਤ ਵਿੱਚ ਇੱਕ ਕਮਿਸ਼ਨ ਭੇਜਿਆ ਜਿਸ ਨੂੰ ਸਾਈਮਨ ਕਮਿਸ਼ਨ ਆਖਦੇ ਆ। ਉਹ ਸਾਈਮਨ ਕਮਿਸ਼ਨ ਭਾਰਤ ਵਿੱਚ ਆ ਕੇ ਸਾਡੇ ਲੋਕਾਂ ਦੀ ਅੱਖੀਂ ਦੇਖ ਕੇ ਹਾਲਾਤ ਉਹਨੇ ਲੰਡਨ ਦੇ ਵਿੱਚ ਜਾ ਕੇ ਬਿਆਨ ਕੀਤਾ, ਆਪਣੀ ਰਿਪੋਰਟ ਦਿੱਤੀ, ਜਿਸ ਦੇ ਸਿੱਟੇ ਵਜੋਂ 1930-31-32 ਦੇ ਵਿੱਚ ਡਾਕਟਰ ਅੰਬੇਡਕਰ ਨੂੰ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। 3 ਗੋਲਮੇਜ ਕਾਨਫਰੰਸਾਂ ਹੋਈਆਂ। ਉਹਨਾਂ ਗੋਲਮੇਜ ਕਾਨਫਰੰਸਾਂ ਵਿੱਚ ਡਾਕਟਰ ਅੰਬੇਡਕਰ ਜੀ ਸਾਡਾ ਪੱਖ ਰੱਖਦੇ ਰਹੇ, ਸਾਡੇ ਹਾਲਾਤ ਬਿਆਨ ਕਰਦੇ ਰਹੇ, ਜਿੱਦਾਂ ਦੀ ਜ਼ਿੰਦਗੀ ਅਸੀਂ ਜਿਉਂਦੇ ਸੀ ਕੁੱਤਿਆਂ ਬਿੱਲਿਆਂ ਵਾਲੀ ਜਾਨਵਰਾਂ ਵਾਲੀ, ਉਹ ਸਾਰੇ ਹਾਲਾਤ ਡਾਕਟਰ ਅੰਬੇਡਕਰ ਨੇ ਅੰਗਰੇਜ਼ਾਂ ਦੇ ਸਾਹਮਣੇ ਰੱਖੀ ਔਰ ਉਸ ਵੇਲੇ ਕਾਂਗਰਸ ਦਾ ਪ੍ਰਧਾਨ ਜਿਹਨੂੰ ਮਹਾਤਮਾ ਗਾਂਧੀ ਆਖਦੇ ਹਨ, ਉਹ ਗਾਂਧੀ ਉੱਥੇ ਜਾ ਕੇ ਡਾਕਟਰ ਅੰਬੇਡਕਰ ਦਾ ਵਿਰੋਧ ਕਰਦਾ ਰਿਹਾ। ਪਰ ਡਾਕਟਰ ਅੰਬੇਡਕਰ ਜਿਸ ਦਿਨ 23 ਗੋਲਮੇਜ ਕਾਨਫਰੰਸ ਹੋਣੀ ਸੀ, ਗੱਲ ਸੁਣਨ ਵਾਲੀ ਹੈ, ਜਿਸ ਦਿਨ 23 ਗੋਲਮੇਜ ਕਾਨਫਰੰਸ ਹੋਣੀ ਸੀ 18 ਅਗਸਤ 1932 ਨੂੰ, ਡਾਕਟਰ ਅੰਬੇਡਕਰ ਦਾ ਇੱਕ ਪੈਰ ਜਹਾਜ਼ ਵਿੱਚ ਇੱਕ ਪੈਰ ਥੱਲੇ ਆ ਔਰ ਡਾਕਟਰ ਅੰਬੇਡਕਰ ਦਾ ਵੱਡਾ ਭਰਾ ਜਾ ਕੇ ਡਾਕਟਰ ਅੰਬੇਡਕਰ ਨੂੰ ਮੋਢੇ ਤੋਂ ਫੜ ਲੈਂਦਾ ਕਿ ਅੰਬੇਡਕਰ ਕਿੱਥੇ ਚੱਲਿਆ? ਕਹਿੰਦਾ ਮੈਂ ਇੰਗਲੈਂਡ ਚੱਲਿਆ। ਉਹ ਕਹਿੰਦਾ ਤੇਰਾ ਚੌਥਾ ਬੇਟਾ ਮਰ ਗਿਆ, ਤੇਰੇ ਚੌਥੇ ਪੁੱਤ ਦੀ ਮੌਤ ਹੋ ਗਈ। ਡਾਕਟਰ ਅੰਬੇਡਕਰ ਦਾ ਇੱਕ ਪੈਰ ਜਹਾਜ਼ ਵਿੱਚ ਹੈ, ਇੱਕ ਥੱਲੇ ਆ। ਸੋਚ ਰਿਹਾ ਕਿ ਅਗਰ ਮੈਂ ਅੱਜ ਲੰਡਨ ਨਾ ਗਿਆ, ਅੱਜ ਮੈਂ ਵਿਦੇਸ਼ ਨਾ ਗਿਆ, ਤਾਂ ਮੇਰੇ ਕਰੋੜਾਂ ਲੋਕ ਜਿਨ੍ਹਾਂ ਦੀ ਖਾਤਰ ਮੈਂ ਲੰਬਾ ਸਮਾਂ ਸੰਘਰਸ਼ ਕਰਦਾ ਰਿਹਾ, ਅੱਜ ਉਹ ਮਰ ਜਾਣਗੇ, ਉਹਨਾਂ ਨੂੰ ਕੋਈ ਹੱਕ ਅਧਿਕਾਰ ਨਹੀਂ ਮਿਲੇਗਾ। ਔਰ ਡਾਕਟਰ ਅੰਬੇਡਕਰ ਨੇ ਕਿਹਾ ਕਿ ਜਾਓ ਬਈ ਉਹਦਾ ਸੰਸਕਾਰ ਕਰ ਦਿਓ, ਮੈਂ ਤਾਂ ਜਹਾਜ਼ ਛੱਡ ਕੇ ਆਪਣੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਸਤੇ ਜਾਵਾਂਗਾ। ਔਰ ਡਾਕਟਰ ਅੰਬੇਡਕਰ ਆਪਣੇ ਪੁੱਤ ਦਾ ਸੰਸਕਾਰ ਕਰਨ ਲਈ ਆਏ। ਸਾਡੇ ਖਾਤਰ ਡਾਕਟਰ ਅੰਬੇਡਕਰ ਸੀ ਜਿਹੜੇ ਉਹ ਜਹਾਜ਼ ਚੜੇ। 18 ਅਗਸਤ 1931 ਨੂੰ ਜਦੋਂ ਡਾਕਟਰ ਅੰਬੇਡਕਰ ਜੀ ਉੱਥੇ ਇੰਗਲੈਂਡ ਦੇ ਵਿੱਚ ਜਾ ਕੇ ਉਹਨਾਂ ਨੇ ਸਾਡੇ ਹਾਲਾਤ ਬਿਆਨ ਕੀਤੇ, ਕਹਿੰਦੇ ਕੰਧਾਂ ਵੀ ਕੰਬਣ ਲੱਗ ਗਈਆਂ। ਦੱਸਿਆ ਅੰਗਰੇਜ਼ਾਂ ਨੂੰ ਕਿ ਇਸ ਦੇਸ਼ ਦੇ ਵਿੱਚ ਕਿੱਦਾਂ ਜਿਹੜਾ ਸਮਾਜ ਨੂੰ 4 ਭਾਗਾਂ ਵਿੱਚ ਵੰਡਿਆ ਹੋਇਆ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਮੇਰਾ ਸਮਾਜ ਜਿਹਨੂੰ ਸ਼ੂਦਰ ਆਖਿਆ ਜਾਂਦਾ, ਉਹਦੇ ਨਾਲ ਕਿੱਦਾਂ ਦਾ ਵਿਵਹਾਰ ਕੀਤਾ ਜਾਂਦਾ, ਉਹਨਾਂ ਨੂੰ ਕੋਈ ਹੱਕ ਅਧਿਕਾਰ ਨਹੀਂ, ਉਹ ਜਾਨਵਰਾਂ ਵਾਲੀ ਜ਼ਿੰਦਗੀ ਜਿਉ ਰਹੇ ਆ। ਰਾਜਾ ਪ੍ਰਜਾ ਦੀ ਮਾਂ ਹੁੰਦਾ ਹੈ। ਤੁਹਾਡੇ ਰਾਜ ਦਾ ਸਾਨੂੰ ਕੀ ਫਾਇਦਾ ਅਗਰ ਤੁਹਾਡੇ ਰਾਜ ਦੇ ਵਿੱਚ ਵੀ ਸਾਨੂੰ ਕੋਈ ਹੱਕ ਅਧਿਕਾਰ ਨਹੀਂ ਮਿਲਦਾ। ਤਾਂ ਡਾਕਟਰ ਅੰਬੇਡਕਰ ਦੀਆਂ ਗੱਲਾਂ ਤੋਂ ਕਾਇਲ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਇੱਕ ਕਮਿਊਨਲ ਅਵਾਰਡ ਸਾਡੇ ਲੋਕਾਂ ਵਾਸਤੇ ਦਿੱਤਾ, ਜਿਹਦੇ ਤਹਿਤ ਸਾਨੂੰ ਵੋਟ ਪਾਉਣ ਦਾ ਹੱਕ ਮਿਲਿਆ, ਸਾਡੇ ਵਾਸਤੇ ਸਕੂਲ ਖੁੱਲੇ, ਸਾਨੂੰ ਕੱਪੜੇ ਪਾਉਣ ਦਾ ਅਧਿਕਾਰ ਮਿਲਿਆ, ਸਾਨੂੰ ਕੁਰਸੀ ਉੱਤੇ ਬੈਠਣ ਦਾ ਅਧਿਕਾਰ ਮਿਲਿਆ, ਸਾਨੂੰ ਨੌਕਰੀ ਦਾ ਅਧਿਕਾਰ ਮਿਲਿਆ। ਦੁਨੀਆ ਭਰ ਦੀਆਂ ਨਿਆਮਤਾਂ ਡਾਕਟਰ ਅੰਬੇਡਕਰ ਨੇ ਸਾਡੀ ਝੋਲੀ ਵਿੱਚ ਪਾਈਆਂ। ਕਦੋਂ? 18 ਅਗਸਤ 1932 ਨੂੰ। 18 ਅਗਸਤ 1932 ਨੂੰ ਦੁਨੀਆ ਭਰ ਦੀਆਂ ਨਿਆਮਤਾਂ ਡਾਕਟਰ ਅੰਬੇਡਕਰ ਨੇ ਸਾਡੀ ਝੋਲੀ ਵਿੱਚ ਪਾਈਆਂ। ਡਾਕਟਰ ਅੰਬੇਡਕਰ ਨੇ ਇਹ ਜੋ ਸਾਰਾ ਕੁਝ ਪ੍ਰਾਪਤ ਕੀਤਾ,
ਉਹ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਸਾਰਾ ਕੁਝ ਸ਼ਾਮਲ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਸਾਡੇ ਵਾਸਤੇ ਸਕੂਲ ਖੁੱਲਣ ਲੱਗੇ, ਸਾਡੇ ਵਾਸਤੇ ਨੌਕਰੀ ਦੇ ਦਰਵਾਜ਼ੇ ਖੁੱਲਣ ਲੱਗੇ, ਸਾਡੇ ਘਰਾਂ ਵਿੱਚ ਖੁਸ਼ਹਾਲੀ ਆਉਣ ਲੱਗੀ। ਔਰ ਜਦੋਂ ਇਸ ਦੇਸ਼ ਦਾ ਇਹ ਭਾਰਤ ਦੇਸ਼ ਆਜ਼ਾਦ ਹੋਇਆ 15 ਅਗਸਤ 1947 ਨੂੰ, ਔਰ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਬਣਾਉਣ ਦੀ ਗੱਲ ਆਈ ਤਾਂ ਇਸ ਭਾਰਤ ਦੇ ਵਿੱਚ ਕੋਈ ਹੋਰ ਦੂਸਰਾ ਵਿਅਕਤੀ ਨਹੀਂ ਲੱਭਿਆ ਜਿਹੜਾ ਕਾਨੂੰਨ ਬਣਾ ਸਕੇ, ਜਿਹੜਾ ਸੰਵਿਧਾਨ ਬਣਾ ਸਕੇ। ਔਰ ਡਾਕਟਰ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਦੇ ਵਿੱਚ ਉਹ ਸਾਰੇ ਹੱਕ ਹਕੂਕ ਜਿਹੜੇ ਅੰਗਰੇਜ਼ਾਂ ਕੋਲ ਲੈ ਕੇ ਦਿੱਤੇ, ਉਹ ਸਾਰੇ ਭਾਰਤੀ ਸੰਵਿਧਾਨ ਦੇ ਵਿੱਚ ਲਿਖ ਦਿੱਤੇ। ਫਿਰ ਉਹਦੇ ਸਿੱਟੇ ਵਜੋਂ ਕੀ ਹੋਇਆ, ਉਹਨਾਂ ਦਾ ਰਿਜ਼ਲਟ ਕੀ ਮਿਲਿਆ? ਜਿਹੜੇ ਲੋਕਾਂ ਨੂੰ ਕਦੇ ਸਕੂਲ ਵਿੱਚ ਜਾਣ ਨਹੀਂ ਦਿੱਤਾ ਜਾਂਦਾ, ਉਹ ਮੇਰੇ ਵਰਗੇ ਸਕੂਲਾਂ 'ਚ ਮਾਸਟਰ ਬਣ ਕੇ ਪੜ੍ਹਾਉਣ ਲੱਗੇ। ਜਿਹੜੇ ਲੋਕਾਂ ਨੂੰ ਕਦੇ ਮੈਂਬਰ ਪੰਚਾਇਤ ਬਣਨ ਦਾ ਹੱਕ ਨਹੀਂ ਸੀ, ਉਹ ਮੰਤਰੀ ਬਣ ਲੱਗੇ, ਐਮਐਲਏ ਬਣ ਲੱਗੇ, ਮੁੱਖ ਮੰਤਰੀ ਬਣ ਲੱਗੇ। ਜਿਹੜੇ ਲੋਕ ਕਦੇ ਅਦਾਲਤ ਵਿੱਚ ਕਮਾਈ ਨਹੀਂ ਸੀ ਦੇ ਸਕਦੇ, ਉਹ ਡਾਕਟਰ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਦੀ ਬਦੌਲਤ ਜੱਜ ਬਣ ਕੇ ਨਿਆਂ ਕਰਨ ਲੱਗੇ। ਇਹ ਸਾਰਾ ਕੁਝ ਕਿਵੇਂ ਹੋਇਆ? ਕਿਸੇ ਦੇਵੀ ਦੇਵਤੇ ਦੀ ਕਿਰਪਾ ਨਹੀਂ ਹੋਈ, ਕਿਸੇ ਬਾਬੇ ਪੀਰ ਦੀ ਕਿਰਪਾ ਨਹੀਂ ਹੋਈ। ਇਹ ਟਾਈ ਵਾਲਾ ਬਾਬਾ ਸਾਡਾ ਪੀਰ, ਜਿਹਦੀ ਫੋਟੋ ਤੁਸੀਂ ਸਾਹਮਣੇ ਦੇਖ ਰਹੇ ਹੋ, ਜਿਹਨੇ ਜ਼ਿੰਦਗੀ ਭਰ ਲੰਬਾ ਸਮਾਂ ਸੰਘਰਸ਼ ਕਰਕੇ ਆਪ ਜ਼ਿੰਦਗੀ ਦੁੱਖਾਂ ਵਿੱਚ ਕੱਟੀ ਔਰ ਸਾਡੇ ਵਾਸਤੇ ਸੁੱਖ ਪੈਦਾ ਕੀਤੇ। ਅੱਜ ਇਹ ਸਾਡੇ ਹਾਲਾਤ ਬਦਲੇ ਹੋਏ ਨੇ। ਇਹਦੇ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਹੈ, ਇਹਦੇ ਪਿੱਛੇ ਡਾਕਟਰ ਅੰਬੇਡਕਰ ਦਾ ਸੰਵਿਧਾਨ ਹੈ, ਡਾਕਟਰ ਅੰਬੇਡਕਰ ਦਾ ਸੰਘਰਸ਼ ਹੈ, ਜਿਹਨੇ ਆਪਣੇ ਪੁੱਤਾਂ ਦਾ ਖਿਆਲ ਨਹੀਂ ਰੱਖਿਆ। 4 ਬੇਟੇ ਸ਼ਹੀਦ ਕਰਾਉਣ ਤੋਂ ਬਾਅਦ ਡਾਕਟਰ ਅੰਬੇਡਕਰ ਨੇ ਸਾਡੇ ਪੁੱਤਾਂ ਦਾ ਖਿਆਲ ਰੱਖਿਆ ਤਾਂ ਕਿ ਅਸੀਂ ਜ਼ਿੰਦਗੀ ਚੰਗੀ ਜ਼ਿੰਦਗੀ ਜਿਉ ਸਕੀਏ। ਜੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਥੋੜੀ ਬਹੁਤੀ ਖੁਸ਼ਹਾਲੀ ਹੈ ਤਾਂ ਉਹ ਡਾਕਟਰ ਅੰਬੇਡਕਰ ਦੀ ਬਦੌਲਤ ਹੈ। ਉਹ ਦੁਨੀਆ ਦੇ ਬੰਦਿਓ, ਪੁੱਛੋ ਉਹ ਇਨਸਾਨਾਂ ਨੂੰ ਦੇਸ਼ ਕੌਮ ਦੀ ਖਾਤਰ ਜਿਹੜੇ ਬਾਹਰ ਗਏ ਆਪਣੀਆਂ ਜਾਨਾਂ, ਸਾਡੀ ਖਾਤਰ ਆਪਣਾ ਸਾਰਾ ਕੁਝ ਸਰਵੰਸ ਕਰਨ ਵਾਲਾ ਡਾਕਟਰ ਅੰਬੇਡਕਰ, ਜਿਹੜਾ 6 ਦਸੰਬਰ 1956 ਨੂੰ ਸਾਡੇ ਕੋਲੋਂ ਰੁਖਸਤ ਹੋਇਆ, ਵਿਦਾ ਹੋਇਆ, ਉਹਦਾ ਅੱਜ ਪ੍ਰੀ-ਨਿਰਵਾਣ ਦਿਵਸ ਮਨਾਉਣ ਵਾਸਤੇ ਅਸੀਂ ਉਹਨਾਂ ਨੂੰ ਸ਼ਰਧਾ ਸੁਮਨ ਅਰਪਣ ਕਰਨ ਵਾਸਤੇ ਲਾਹੌਰੇ ਪਿੰਡ ਦੇ ਵਿੱਚ ਸਾਰੇ ਆਪਾਂ ਇਕੱਤਰ ਹੋਏ ਆ। ਮੈਂ ਤੁਹਾਨੂੰ ਇਸ ਗੱਲ ਦੇ ਉੱਤੇ ਖੁਸ਼ਾਮਦ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਬਹੁਤ ਵੱਡਾ ਪ੍ਰਬੰਧਕਾਂ ਨੇ ਉਪਰਾਲਾ ਕੀਤਾ ਹੈ, ਬਹੁਤ ਵਧੀਆ ਤੁਸੀਂ ਸਹਿਯੋਗ ਦਿੱਤਾ। ਮੇਰੀਆਂ ਬੀਬੀਆਂ ਭੈਣਾਂ, ਬੀਬੀਓ, ਤੁਸੀਂ ਸਾਰੀ ਉਮਰ ਪਤਾ ਨਹੀਂ ਕਿੱਥੇ ਕਿੱਥੇ ਦੀਵੇ ਲਾਉਣੀਆਂ, ਕਿੱਥੇ ਕਿੱਥੇ ਪੱਥਰਾਂ ਨੂੰ ਤੁਸੀਂ ਪੂਜਦੀਆਂ। ਬੈਠ ਕੇ ਸੁਣੋ ਭਾਈ, ਸੁਣ ਦੀ ਗੱਲ ਸੁਣ ਕੇ ਜਾਇਓ। ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੀਆਂ ਗੁਲਾਮੀ ਦੀਆਂ ਜੀਰਾਂ ਕੱਟਣ ਵਾਲਾ ਕੋਈ ਹੋਰ ਨਹੀਂ, ਤੁਹਾਡੀਆਂ ਗੁਲਾਮੀ ਦੀਆਂ ਜੀਰਾਂ ਡਾਕਟਰ ਅੰਬੇਡਕਰ ਕੱਟਣ ਵਾਲਾ ਹੈ। ਤੁਹਾਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ, ਤੁਹਾਨੂੰ ਸ਼ੂਦਰ ਸਮਝਿਆ ਜਾਂਦਾ ਸੀ, ਤੁਹਾਨੂੰ ਸਕੂਲਾਂ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਸੀ, ਤੁਹਾਨੂੰ ਨੌਕਰੀਆਂ ਤੇ ਜਾਣ ਦਾ ਕੋਈ ਅਧਿਕਾਰ ਨਹੀਂ ਸੀ। ਅਗਰ ਅੱਜ ਕੁੜੀਆਂ ਪੜ੍ਹ ਰਹੀਆਂ ਨੇ, ਅੱਜ ਤੇ ਕੁੜੀਆਂ ਨੌਕਰੀ ਕਰਦੀਆਂ ਨੇ, ਜੇ ਅੱਜ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ, ਜੇ ਅੱਜ ਪੂਰੀ ਸ਼ਾਨ ਦੇ ਨਾਲ ਮਾਣ ਦੇ ਨਾਲ ਜ਼ਿੰਦਗੀ ਜਿਉਂਦੀ ਹੈ ਔਰਤ, ਤਾਂ ਇਹ ਜ਼ਿੰਦਗੀ ਦੇਣ ਵਾਲਾ ਕੋਈ ਹੋਰ ਨਹੀਂ, ਕੋਈ ਬਾਬਾ ਪੀਰ ਨਹੀਂ, ਕੋਈ ਦੇਵੀ ਦੇਵਤਾ ਨਹੀਂ, ਇਹ ਸਾਡਾ ਦੇਵਤਾ ਡਾਕਟਰ ਅੰਬੇਡਕਰ ਹੈ। ਦੁਨੀਆ ਮੰਨਦੀ ਜੋਰਾਂ ਨੂੰ ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ। ਦੁਨੀਆ ਮੰਨਦੀ ਜੋਰਾਂ ਨੂੰ, ਇੱਥੇ ਕੋਈ ਨਾ ਪੁੱਛੇ ਚਮਚੋਰਾਂ ਨੂੰ, ਦੁਨੀਆ ਮੰਨਦੀ ਜੋਰਾਂ ਨੂੰ, ਇੱਥੇ ਕੋਈ ਨਾ ਪੁੱਛੇ ਚਮਚੋਰਾਂ ਨੂੰ। ਸਦੀਆਂ ਦੇ ਸੁੱਤੇ ਲੋਕਾਂ ਨੂੰ ਜੇ ਠੋਕਰ ਮਾਰ ਜਗਾਉਂਦਾ ਨਾ, ਇਹ ਕੌਮ ਖਤਮ ਹੋ ਜਾਣੀ ਸੀ। ਬਾਬਾ ਸਾਹਿਬ ਦੁਨੀਆ ਤੇ ਆਉਂਦਾ ਨਾ, ਬਾਬਾ ਸਾਹਿਬ ਦੁਨੀਆ ਤੇ ਆਉਂਦਾ ਨਾ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਘਰਾਂ ਦੇ ਵਿੱਚ ਬੰਨ-ਸੰਬੰਧੀਆਂ ਫੋਟੋਆਂ ਦੀ ਪੂਜਾ ਕਰਨ ਵਾਲੇ ਮੇਰੇ ਵੀਰੋ, ਮੇਰੀਆਂ ਭੈਣੋ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ 32 ਡਿਗਰੀਆਂ ਪ੍ਰਾਪਤ ਕੀਤੀਆਂ ਇਸ ਦੇਸ਼ ਦੇ ਵਿੱਚ। ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਇੰਨੀਆਂ ਡਿਗਰੀਆਂ ਨਹੀਂ ਪ੍ਰਾਪਤ ਕਰ ਸਕਿਆ ਜਿੰਨਾ ਡਾਕਟਰ ਅੰਬੇਡਕਰ ਪੜ੍ਹਿਆ। ਜਿਸ ਯੂਨੀਵਰਸਿਟੀ ਵਿੱਚ ਪੜ੍ਹਿਆ ਡਾਕਟਰ ਅੰਬੇਡਕਰ, ਕੋਲੰਬੀਆ ਯੂਨੀਵਰਸਿਟੀ ਅਮਰੀਕਾ ਦੀ, ਉਸ ਯੂਨੀਵਰਸਿਟੀ ਦੇ ਸਾਹਮਣੇ ਡਾਕਟਰ ਅੰਬੇਡਕਰ ਦਾ ਆਤਮਕਥ ਬੁੱਤ ਲੱਗਿਆ ਹੋਇਆ। ਦੁਨੀਆ ਨੂੰ ਪਤਾ ਲੱਗ ਗਿਆ ਕਿ ਡਾਕਟਰ ਅੰਬੇਡਕਰ ਕੌਣ ਆ, ਜਿਨ੍ਹਾਂ ਦੀ ਖਾਤਰ ਡਾਕਟਰ ਅੰਬੇਡਕਰ ਆਪਣਾ ਸਰਬੰਸ ਮਾਰ ਗਿਆ। ਉਹਨਾਂ ਲੋਕਾਂ ਨੂੰ ਅਜੇ ਜਾਣਕਾਰੀ ਨਹੀਂ ਮਿਲੀ ਕਿ ਡਾਕਟਰ ਅੰਬੇਡਕਰ ਕੌਣ ਆ। ਇਸੇ ਕਰਕੇ ਉਹਦੀ ਫੋਟੋ ਸਾਡੇ ਘਰਾਂ ਵਿੱਚੋਂ ਗਾਇਬ ਹੈ। ਕੋਲੰਬੀਆ ਯੂਨੀਵਰਸਿਟੀ, ਜਿਹਦੇ ਗੇਟ ਦੇ ਉੱਤੇ ਡਾਕਟਰ ਅੰਬੇਡਕਰ ਦਾ ਆਤਮਕਥ ਬੁੱਤ ਲੱਗਿਆ ਹੋਇਆ,
ਉਹਦੇ ਉੱਤੇ ਪਤਾ ਕੀ ਲਿਖਿਆ ਹੋਇਆ? ਸਿੰਬਲ ਆਫ ਨੌਲੇਜ, ਭਾਵ ਗਿਆਨ ਦਾ ਸੂਰਜ। ਕੇ ਸੂਰਜ ਦੇਖ ਲਓ, ਸੂਰਜ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਸ ਤਰ੍ਹਾਂ ਗਿਆਨ ਜਿਹੜਾ ਡਾਕਟਰ ਅੰਬੇਡਕਰ ਨੇ ਪ੍ਰਾਪਤ ਕੀਤਾ, ਉਹਦੀ ਬਰਾਬਰੀ ਅੱਜ ਤੱਕ ਕੋਈ ਨਹੀਂ ਕਰ ਸਕਦਾ। ਫਿਰ ਡਾਕਟਰ ਅੰਬੇਡਕਰ ਨੇ ਦਿੱਤਾ ਕੀ ਦਿੱਤਾ ਡਾਕਟਰ ਅੰਬੇਡਕਰ ਨੇ? ਉਹਨਾਂ ਸਮੇਂ ਦੇ ਵਿੱਚ ਮਜ਼ਦੂਰ 16 ਘੰਟੇ ਕੰਮ ਕਰਦਾ ਸੀ, ਔਰ ਡਾਕਟਰ ਅੰਬੇਡਕਰ ਨੇ ਕਾਨੂੰਨ ਬਣਾਇਆ ਕਿ ਅੱਜ ਤੋਂ ਬਾਅਦ 8 ਘੰਟੇ ਤੋਂ ਵੱਧ ਕਿਸੇ ਤੋਂ ਕੰਮ ਨਹੀਂ ਲਿਆ ਜਾਵੇਗਾ। ਜੇ ਅੱਜ ਅਸੀਂ ਫੈਕਟਰੀਆਂ ਵਿੱਚ ਕਿਤੇ ਦਫ਼ਤਰਾਂ ਵਿੱਚ 8 ਘੰਟੇ ਕੰਮ ਕਰਦੇ ਆ, ਉਸ ਤੋਂ ਵੱਧ ਕੰਮ ਕਰਾਂਗੇ ਤਾਂ ਸਾਨੂੰ ਜਿਹੜਾ ਓਵਰਟਾਈਮ ਮਿਲੇਗਾ ਉਹ ਡਾਕਟਰ ਅੰਬੇਡਕਰ ਦੀ ਦੇਣ ਕਿ 8 ਘੰਟੇ ਤੋਂ ਵੱਧ ਕੋਈ ਕੰਮ ਨਹੀਂ ਲੈ ਸਕਦਾ। ਆ ਬਿਜਲੀ ਦੇਖ ਰਹੇ ਲੜ ਰਹੀ ਆ ਬਿਜਲੀ, ਇਹਨੂੰ ਪੈਦਾ ਕਰਨ ਵਾਲਾ ਡਾਕਟਰ ਅੰਬੇਡਕਰ, ਇਹਦੀ ਯੋਜਨਾ ਬਣਾਉਣ ਵਾਲਾ ਡਾਕਟਰ ਅੰਬੇਡਕਰ। ਜਿਹਨੇ ਟਾਈਮ ਖੜੇ ਨੇ ਉਹ ਡਾਕਟਰ ਅੰਬੇਡਕਰ ਦੀ ਸੋਚ ਹੈ। ਉਹ ਤੁਹਾਡੀਆਂ ਜੇਬਾਂ ਦੇ ਵਿੱਚ ਨੋਟ ਨੇ, ਉਹਤੇ ਫੋਟੋ ਗਾਂਧੀ ਦੀ ਆ, ਪਰ ਰਿਜ਼ਰਵ ਬੈਂਕ ਆਫ ਇੰਡੀਆ ਜਿੱਥੇ ਨੋਟ ਛਪਦੇ ਨੇ, ਰਿਜ਼ਰਵ ਬੈਂਕ ਆਫ ਇੰਡੀਆ ਜਿੱਥੇ ਨੋਟ ਛਪਦੇ ਨੇ, ਜਿਹੜੀ ਟਕਸਾਲ ਆ ਉਹਨੂੰ ਬਣਾਉਣ ਵਾਲਾ ਡਾਕਟਰ ਅੰਬੇਡਕਰ। ਡਾਕਟਰ ਅੰਬੇਡਕਰ ਦੀ ਦੇਣ ਸਾਨੂੰ ਸਾਰਿਆਂ ਨੂੰ ਕੱਲੇ ਸ਼ੂਦਰਾਂ ਵਾਸਤੇ ਨਹੀਂ, ਕੱਲੇ ਸ਼ਡਿਊਲ ਕਾਸਟਾਂ ਵਾਸਤੇ ਨਹੀਂ, ਭਾਰਤ ਵਿੱਚ ਜਿੰਨੇ ਵੀ ਲੋਕ ਵੱਖ-ਵੱਖ ਧਰਮਾਂ ਜਾਤਾਂ ਦੇ ਵਸਦੇ ਨੇ, ਉਹ ਸਾਰੇ ਲੋਕਾਂ ਦੇ ਹੱਕਾਂ ਦੀ ਗੱਲ ਡਾਕਟਰ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੇ ਵਿੱਚ ਕੀਤੀ ਆ। ਮੇਰਾ ਵੀਰ ਜੇ ਕੋਈ ਬੈਕਵਰਡ ਕਲਾਸ ਦੇ ਵਿੱਚੋਂ ਬੈਠਾ, ਨਾਈ ਝੋਰ ਛਿੰਬੇ ਲਹਿਰਾਂ ਵਿੱਚੋਂ ਬੈਠਾ ਕੋਈ, ਤਾਂ ਉਹਨਾਂ ਨੂੰ ਮੰਡਲ ਕਮਿਸ਼ਨ ਦੀ ਰਿਪੋਰਟ, ਉਹਨਾਂ ਨੂੰ ਕਾਲੇ ਕਮਿਸ਼ਨ ਦੀ ਰਿਪੋਰਟ, ਉਹਨਾਂ ਲੋਕਾਂ ਨੂੰ ਭਾਰਤ ਦੇਸ਼ ਦੇ ਵਿੱਚ ਰਿਜ਼ਰਵੇਸ਼ਨ ਦੇ ਹੱਕਾਂ ਦੀ ਗੱਲ ਡਾਕਟਰ ਅੰਬੇਡਕਰ ਦੇਣ ਵਾਲਾ ਹੈ, ਹੋਰ ਕੋਈ ਨਹੀਂ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਇਸ ਮੌਕੇ ਉੱਤੇ ਕਹਿਣਾ ਚਾਹੁੰਦਾ ਕਿ ਹੋਰ ਕੋਈ ਢੰਗ ਨਹੀਂ ਕਿ ਸਾਡੇ ਹਾਲਾਤ ਬਦਲ ਜਾਣ, ਸਾਡੇ ਘਰਾਂ ਵਿੱਚੋਂ ਗਰੀਬੀ ਬਾਹਰ ਨਿਕਲ ਜੇ, ਹੋਰ ਕੋਈ ਢੰਗ ਨਹੀਂ। ਇੱਕੋ ਇੱਕ ਢੰਗ ਹੈ। ਮੈਂ ਬੀਬੀਆਂ ਨੂੰ ਕਹਿਣਾ ਚਾਹੁੰਦਾ ਕਿ ਇੱਕੋ ਹੀ ਢੰਗ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿੰਨਾ ਪੜ੍ਹਾ ਸਕਦੇ ਹੋ ਪੜ੍ਹਾਓ। ਡਾਕਟਰ ਅੰਬੇਡਕਰ ਦੀ ਫੋਟੋ ਘਰੇ ਲਾਓ, ਜਿਹਦੇ ਉੱਤੇ 32 ਡਿਗਰੀਆਂ ਲਿਖੀਆਂ ਉਹ ਲਾਓ, ਤਾਂ ਕਿ ਨਿਆਣੇ ਪੁੱਛਣ ਮੰਮੀ ਆਹ ਕਿਹੜੀਆਂ ਡਿਗਰੀਆਂ ਨੇ। ਉਹਨਾਂ ਵਿੱਚ ਵੀ ਪ੍ਰੇਰਨਾ ਆਵੇ, ਉਤਸ਼ਾਹ ਜਾਗੇ। ਜਦੋਂ ਮਾਤਾ ਦੇ ਗਰਭ ਦੇ ਵਿੱਚ ਬੱਚਾ ਆ ਜਾਵੇ ਨਾ, ਉਹਦੇ ਮੱਥੇ ਡਾਕਟਰ ਅੰਬੇਡਕਰ ਦੀ ਫੋਟੋ ਲੱਗਣੀ ਚਾਹੀਦੀ ਹੈ, ਤਾਂ ਕਿ ਬੱਚਾ ਡਾਕਟਰ ਅੰਬੇਡਕਰ ਵਾਲਾ ਵਰਗਾ ਪੈਦਾ ਹੋਵੇ। ਫੋਟੋ ਦਾ ਗਰਭ ਦੇ ਵਿੱਚ ਇੰਨਾ ਅਸਰ ਪੈਂਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਛੋਟੀ ਜਿਹੀ ਉਦਾਹਰਣ ਤੁਹਾਡੇ ਸਾਹਮਣੇ ਰੱਖਦਾ। ਮਹਾਰਾਜਾ ਰਮਨ ਸਿੰਘ ਨਾਭੇ ਵਾਲਾ, ਭਾਰਤ ਦੇਸ਼ ਆਜ਼ਾਦ ਨਹੀਂ ਸੀ ਹੋਇਆ ਉਦੋਂ, ਉਹਦਾ ਮੁੰਡਾ ਸਿਗਰਟਾਂ ਪੀਣ ਲੱਗ ਗਿਆ। ਮਹਾਰਾਜਾ ਰਮਨ ਸਿੰਘ ਉਹਦਾ ਮੁੰਡਾ ਸਿਗਰਟਾਂ ਪੀਣ ਲੱਗ ਗਿਆ, ਰਾਜਾ ਹੋ ਕੇ ਉਹਦਾ ਮੁੰਡਾ ਸਿਗਰਟਾਂ ਪੀਵੇ, ਤਾਂ ਉਹ ਸੰਤ ਅਤਰ ਸਿੰਘ ਮਸਤੂਆਣਾ ਨੂੰ ਮੰਨਦਾ ਸੀ। ਉਹ ਸੰਤਾਂ ਕੋਲੇ ਗਿਆ, ਕਹਿੰਦਾ ਮਹਾਰਾਜਾ ਮੈਂ ਕਿੰਨਾ ਪਾਠ ਪੂਜਾ ਕਰਦਾ, ਮੈਂ ਧਰਮ ਨੂੰ ਮੰਨਦਾ, ਪਰ ਮੇਰਾ ਮੁੰਡਾ ਨਸ਼ਿਆਂ 'ਚ ਲੱਗ ਗਿਆ, ਕੀ ਕਾਰਨ? ਉਹ ਕਹਿੰਦੇ ਭਾਈ ਵੀ ਅਸੀਂ ਤੇਰੇ ਪਹਿਲਾਂ ਵਿੱਚ ਆ ਕੇ ਜਵਾਬ ਦੇ ਸਕਦੇ ਹਾਂ, ਉਦੋਂ ਪਹਿਲਾਂ ਨਹੀਂ। ਕੁਝ ਸਮਾਂ ਪਿਆ, ਸੰਤ ਅਤਰ ਸਿੰਘ ਮਸਤੂਆਣਾ ਵਾਲੇ ਉਹਦੇ ਮਹਿਲਾਂ ਵਿੱਚ ਆਏ, ਤਾਂ ਉਹ ਕਹਿੰਦੇ ਵੀ ਮਹਾਰਾਜਾ ਮੈਨੂੰ ਉਸ ਕਮਰੇ ਵਿੱਚ ਲੈ ਕੇ ਚੱਲ ਜਿੱਥੇ ਜਦੋਂ ਰਾਣੀ ਗਰਭ ਅਵਸਥਾ ਵਿੱਚ ਸੀ, ਜਦੋਂ ਤੇਰੇ ਮੁੰਡੇ ਨੇ ਪੈਦਾ ਹੋਣਾ ਸੀ, ਉਸ ਕਮਰੇ ਵਿੱਚ ਲੈ ਕੇ ਚੱਲ, ਉਹਨਾਂ ਮਹਿਲਾਂ ਵਿੱਚ ਲੈ ਕੇ ਚੱਲ। ਔਰ ਉਹ ਮਹਾਰਾਜਾ ਰਮਨ ਸਿੰਘ ਸੰਤਾਂ ਨੂੰ ਲੈ ਕੇ ਉਸ ਮਹਿਲਾਂ ਵਿੱਚ ਗਿਆ ਤੇ ਕਮਰੇ ਵਿੱਚ ਜਾ ਕੇ ਜਦੋਂ ਅੰਦਰ ਵੜਨ ਲੱਗਦੇ ਆ ਤਾਂ ਸਾਹਮਣੇ ਫੋਟੋ ਲੱਗੀ ਹੋਈ ਆ, ਜਿਹੜਾ ਬੈਸ ਹੈ ਉਸ ਵੇਲੇ ਦਾ, ਜਿਹੜਾ ਉਸ ਵੇਲੇ ਦਾ ਬੈਸ ਹੈ, ਉਹਦੀ ਸਿਗਰਟਾਂ ਪੀਂਦੇ ਦੀ ਫੋਟੋ ਸਾਹਮਣੇ ਲੱਗੀ ਹੋਈ ਆ। ਸਿਗਰਟਾਂ ਪੀਂਦੇ ਦੀ ਫੋਟੋ ਉਹਦੀ ਸਾਹਮਣੇ ਲੱਗੀ ਹੋਈ ਆ। ਤਾਂ ਸੰਤ ਆਖਣ ਲੱਗੇ ਕਿ ਮਹਾਰਾਜਾ ਬਈ ਤੇਰੇ ਮੁੰਡੇ ਦੇ ਸਿਗਰਟਾਂ ਪੀਣਾ ਲੱਗਦੇ, ਜਦੋਂ ਰਾਣੀ ਗਰਭ ਅਵਸਥਾ ਵਿੱਚ ਸੀ ਤਾਂ ਇਹ ਮੱਥੇ ਉਹ ਲੱਗਦਾ ਸੀ ਸਾਹਮਣੇ ਸਿਗਰਟਾਂ ਪੀਣ ਵਾਲਾ, ਇਸ ਕਰਕੇ ਤੇਰਾ ਮੁੰਡਾ ਸੀ। ਐਡਾ ਪ੍ਰਭਾਵ ਪੈਂਦਾ, ਜਦੋਂ ਸਾਡੇ ਗਰਭ ਦੇ ਵਿੱਚ ਬੱਚਾ ਆ ਜਾਵੇ ਤਾਂ ਉਹਦੇ ਮੱਥੇ ਡਾਕਟਰ ਅੰਬੇਡਕਰ ਦੀਆਂ ਡਿਗਰੀਆਂ ਲੱਗਣੀਆਂ ਚਾਹੀਦੀਆਂ, ਤਾਂ ਕਿ ਸਾਡਾ ਬੱਚਾ ਜਿਹੜਾ ਆਉਣ ਵਾਲਾ ਵੱਡਾ ਮਹਾਂਪੁਰਸ਼ ਬਣੇ, ਜਨਨੀ ਜਣੇ ਤਾਂ ਭਗਤ ਜਾਣ। ਕਹਿ ਦਾਤਾ ਕਹਿ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ। ਸਾਨੂੰ ਨਹੀਂ ਲੋੜ ਨਸ਼ਈ ਪੁੱਤਾਂ ਦੀ, ਤਾਂ ਤੁਸੀਂ ਹੁਣੀ ਨਾਟਕ ਦੇਖ ਕੇ ਹਟੇ ਹੋ। ਸਾਨੂੰ ਨਹੀਂ ਲੋੜ ਉਹਨਾਂ ਪੁੱਤਾਂ ਦੀ ਜਿਹੜੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਨਾ ਕਰਨ। ਸਾਨੂੰ ਲੈਕ ਔਲਾਦ ਦੀ ਲੋੜ ਆ, ਸਾਨੂੰ ਆਗਿਆਕਾਰੀ ਔਲਾਦ ਦੀ ਲੋੜ ਆ, ਜਿਸ ਦੇ ਤਹਿਤ ਮਾਮਾ ਜਿਹੜੀਆਂ ਬੈਠੀਆਂ ਮੇਰੀਆਂ ਭੈਣਾਂ ਮਾਮਾ, ਇਹ ਸਾਨੂੰ ਸੋਚਣਾ ਪੈਣਾ ਕਿ ਅਸੀਂ ਕਿੱਦਾਂ ਦਾ ਬੱਚਾ ਪੈਦਾ ਕਰਨਾ। ਜੇ
ਤੁਸੀਂ ਮਾਤਾ ਦੇ ਗਰਭ ਅਵਸਥਾ ਵਿੱਚ ਸਾਰੀ ਦਿਹਾੜੀ ਟੈਲੀਵਿਜ਼ਨ ਮੂਹਰੇ ਬੈਠੋ ਰਹੋਗੀਆਂ, ਇਦਾਂ ਦੇ ਗੰਦੇ ਨਾਟਕ ਦੇਖਦੇ ਰਹੋਗੀਆਂ, ਤਾਂ ਸਾਡੇ ਘਰ ਹਰੀ ਸਿੰਘ ਨਲੂਏ ਜੰਮਣ ਨਹੀਂ ਜੰਮਣਗੇ ਹਰੀ ਸਿੰਘ ਨਲੂਏ। ਜੇ ਅਗਰ ਚਾਹੁੰਦੇ ਹੋ ਕਿ ਸਾਡੇ ਘਰਾਂ ਦੇ ਵਿੱਚ ਸੂਰਮੇ ਪੁੱਤ ਪੈਦਾ ਹੋਣ, ਸਾਡੇ ਘਰਾਂ ਵਿੱਚ ਮਜ਼ਬਾਨ ਜੰਮਣ, ਤਾਂ ਸਾਨੂੰ ਆਪ ਉਦਾਂ ਦਾ ਜਿਹੜਾ ਮਾਹੌਲ ਕਰਦਾ, ਕਿਉਂਕਿ ਮੈਂ 35 ਸਾਲ ਸਕੂਲਾਂ ਵਿੱਚ ਰਿਹਾ, ਮੇਰੇ ਨਾਲ ਦੂਜੀਆਂ ਜਾਤਾਂ ਦੇ ਅਧਿਆਪਕ ਵੀ ਰਹੇ ਨੇ। ਉਹ ਦੱਸਦੇ ਹੁੰਦੇ ਕਿ ਜਿਸ ਦਿਨ ਸਾਡੀ ਧੀ ਭੈਣ ਨੂੰ ਜਿਹੜੀ ਉਹ ਪ੍ਰੈਗਨੈਂਟ ਹੁੰਦੀ ਤਾਂ ਅਸੀਂ ਕੀ ਕਰਦੇ ਆ, ਅਸੀਂ ਉਦੋਂ ਹੀ ਸੋਚ ਲੈਂਦੇ ਕਿ ਜਿਹੜਾ ਹੋਣ ਵਾਲਾ ਬੱਚਾ ਇਹਨੂੰ ਡਾਕਟਰ ਬਣਾਉਣਾ, ਇਹਨੂੰ ਤਹਿਸੀਲਦਾਰ ਲਾਉਣਾ ਕਿ ਜੱਜ ਲਾਉਣਾ। ਤਾਂ ਅਸੀਂ ਜੇ ਡਾਕਟਰ ਬਣਾਉਣਾ ਤਾਂ ਆਪਣੀ ਧੀ ਭੈਣ ਦੇ ਕੋਲੇ ਉਹੀ ਡਾਕਟਰੀ ਮਾਹੌਲ ਪੈਦਾ ਕਰਨਾ। ਉਹਦੇ ਸਾਹਮਣੇ ਜਿਹੜੀਆਂ ਤਸਵੀਰਾਂ ਡਾਕਟਰਾਂ ਵਾਲੀਆਂ, ਉਦਾਂ ਹੀ ਡਾਕਟਰ ਦੀ ਤਸਵੀਰ ਕੋਲੇ ਡਾਕਟਰੀ ਸਮਾਨ, ਉਹਦਾ ਦਾ ਸਾਰਾ ਕੁਝ ਦੱਸਣਾ, ਉਹਨੂੰ ਪੜ੍ਹਨ ਵਾਸਤੇ ਉਦਾਂ ਦਾ ਲਿਟਰੇਚਰ ਦੇਣਾ, ਉਹਨੂੰ ਉਦਾਂ ਦੇ ਪ੍ਰੋਗਰਾਮ ਦਿਖਾਉਣੇ, ਤਾਂ ਕਿ ਸਾਡਾ ਜਿਹੜਾ ਦੇਖੋ ਬੱਚੇ ਨੇ ਜੇ ਡਾਕਟਰ ਬਣਨਾ ਵਾ 25-30 ਸਾਲ ਜਾ ਕੇ, ਪਰ ਉਹ ਜਿਹੜੀਆਂ ਰਾਹ ਵਧੂ ਕੌਮਾਂ ਨੇ ਜਿਸ ਦਿਨ ਬੱਚਾ ਘਰੋਂ ਬੱਚਾ ਜਾਂਦਾ ਉਸ ਦਿਨ ਹੀ ਸੋਚਦੇ ਕਿ ਇਹਨੂੰ ਉਹ 30 ਸਾਲ ਪਹਿਲਾਂ ਤਿਆਰੀ ਕਰਨ ਲੱਗ ਜਾਂਦੇ ਆ। ਪਰ ਸਾਡੇ ਘਰਾਂ ਦਾ ਮਾਹੌਲ ਕੀ ਆ, ਸਾਡੇ ਘਰਾਂ ਦਾ ਮਾਹੌਲ ਹੈ ਕਿ ਸਾਡੀ ਜਿਹੜੀ ਧੀ ਭੈਣ ਉਹ ਪ੍ਰੈਗਨੈਂਟ ਹੁੰਦੀ ਆ, ਘਰ ਵਾਲਾ ਸ਼ਰਾਬ ਪੀ ਕੇ ਕਰਿਆ ਕਿ ਤੇਰੀ ਮਾਂ ਦੀ ਤੇਰੀ ਭੈਣ ਦੀ ਕਰਦਾ। ਦੱਸੋ ਕਿੱਦਾਂ ਸਾਡੇ ਬੱਚੇ ਵਧੀਆ ਜੰਮਣਗੇ। ਇਸ ਕਰਕੇ ਜਿਹੜੀਆਂ ਕੌਮਾਂ ਦੇ ਵਿੱਚ ਨਸ਼ੇ ਨਹੀਂ ਹੁੰਦੇ, ਜਿਹੜੇ ਦੇਸ਼ ਦੇ ਵਿੱਚ ਨਸ਼ੇ ਨਹੀਂ ਹੁੰਦੇ, ਜਿਹੜੇ ਸਮਾਜ ਦੇ ਵਿੱਚ ਨਸ਼ੇ ਨਹੀਂ ਹੁੰਦੇ, ਜਿਹੜੇ ਘਰ ਦੇ ਵਿੱਚ ਨਸ਼ੇ ਨਹੀਂ ਹੁੰਦੇ, ਉਹ ਦੇਸ਼ ਤਰੱਕੀ ਕਰਦਾ, ਕੌਮ ਤਰੱਕੀ ਕਰਦੀ ਆ, ਉਹ ਸਮਾਜ ਤਰੱਕੀ ਕਰਦਾ, ਉਹ ਘਰ ਤਰੱਕੀ ਕਰਦਾ। ਗੁਰੂ ਰਵਿਦਾਸ ਨੂੰ ਮੰਨਣ ਵਾਲੇ ਲੋਕੋ ਆਏ ਸਾਲ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਜਲੇਬੀਆਂ ਖਾ ਕੇ ਘਰਾਂ ਨੂੰ ਜਾਣ ਵਾਲੇ ਭੈਣੋ ਤੇ ਭਰਾਵੋ, ਕਦੇ ਗੁਰੂ ਰਵਿਦਾਸ ਦੀ ਬਾਣੀ ਨਹੀਂ ਅਸੀਂ ਪੜ੍ਹੀ, ਸਿਰਫ ਸਾਖੀਆਂ ਸੁਣੀਆਂ 50 ਸਾਲਾਂ ਤੋਂ। ਰਵਿਦਾਸ ਨੇ ਪੱਥਰ ਤਾਰਤੇ, ਉਹਦੀ ਮੀਰਾ ਚੰਨੀ ਬਣ ਗਈ, ਉਹਦੀ ਝਾਲਾ ਚੰਨੀ ਬਣ ਗਈ। ਬਈ ਕਦੇ ਉਹਨੇ ਬਾਣੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ 40 ਸ਼ਬਦ ਗੁਰੂ ਰਵਿਦਾਸ ਮਹਾਰਾਜ ਦੇ ਨੇ। ਉਹਨਾਂ ਸ਼ਬਦਾਂ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਮੇਰੀ ਕੌਮ ਨੂੰ, ਸਮਾਜ ਨੂੰ ਕੀ ਸੁਨੇਹਾ ਦਿੰਦੇ ਆ। ਸਭ ਤੋਂ ਵੱਡੀ ਗੱਲ ਨਸ਼ਿਆਂ ਦੇ ਖਿਲਾਫ ਡਾਕਟਰ ਅੰਬੇਡਕਰ ਨੇ ਇਹ ਗੱਲ ਲਿਖੀ ਹੈ, ਕਿਸੇ ਨੇ ਨਹੀਂ ਦੱਸੀ। ਪੈਸੇ ਦੇ ਕੇ 10,000 ਰੁਪਇਆ ਰਾਜੀਵ ਢਾਡੀਆਂ ਨੂੰ ਹੋਣਿਆ, ਪਰ ਕਿਸੇ ਨੇ ਦੱਸਿਆ ਬਈ ਬਾਣੀ 'ਚ ਕੀ ਲਿਖਿਆ ਗੁਰੂ ਰਵਿਦਾਸ ਨੇ, ਸਾਨੂੰ ਨਹੀਂ ਕਿਸੇ ਨੇ ਦੱਸਿਆ। ਗੁਰੂ ਰਵਿਦਾਸ ਮਹਾਰਾਜ ਦਾ ਧਨਾਸਰੀ ਰਾਗ ਦੇ ਵਿੱਚ ਸ਼ਬਦ ਹੈ ਕਿ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੇ, ਹਿਰਦੇ ਰਾਮ ਗੋਬਿੰਦ ਗੁਣ ਸਾਰੇ, ਸੁਰਸਰੀ ਸਰਲ ਕਿਰਤ ਗੁਰੂ ਨੇ ਸਜਣ ਕਰਤ ਨਹੀਂ ਪਾਣੇ, ਸੁਰਾ ਪਵਿੱਤਰ ਨਾ ਤਵਰ ਜਨ ਰੇ ਸੁਰਸਰੀ ਮਿਲਕ ਨਹੀਂ ਹੋਏ ਆਣੇ, ਤਰਤਾਰ ਪਵਿੱਤਰ ਕਰ ਮਾਨੀਏ ਰੇ ਕਰ ਕਾਕਰਾ ਕਰਤ ਵਿਚਾਰੇ, ਭਗਤ ਭਗਵਤ ਸਿੱਖੇ ਦੇ ਉੱਪਰ ਪੂਜੀਏ ਕਰ ਨਮਸਕਾਰੇ, ਮੇਰੀ ਜਾਤ ਪੁੱਟ ਬਾਦਲਾ ਢੋਰ ਭੰਤਾ ਆ ਬਸੇ ਬਨਾਰ ਸਾਹਸ ਪਾਸਾ ਆ ਬਿਪਰ ਪ੍ਰਧਾਨ ਤੇ ਕਰੇ ਦੰਡੋ ਤੇਰੇ ਨਾਏ ਸਰਨਾਏ। ਰਵਿਦਾਸ ਦੱਸ ਕਦੇ ਨਹੀਂ ਕਿਸੇ ਨੇ ਪੁੱਛਿਆ ਵੀ ਇਹਦਾ ਅਰਥ ਕੀ ਆ, ਇਹਦੇ ਵਿੱਚ ਸੁਨੇਹਾ ਕੀ ਦਿੱਤਾ ਸਾਨੂੰ ਬਾਣੀ ਨੇ, ਅੱਜ ਮੈਨੂੰ ਕੀ ਸੁਨੇਹਾ ਦਿੱਤਾ। ਇਹਦਾ ਅਰਥ ਆ ਸੁਰਸਰੀ ਸਰਲ ਕਿਰਤ ਗੁਰੂ ਨੇ ਸਤਿਗੁਰ ਕੰਤਰੀ ਪਾਣੇ ਦਾ ਅਰਥ ਆ। ਗੁਰੂ ਰਵਿਦਾਸ ਮਹਾਰਾਜ ਨੂੰ ਪਤਾ ਸੀ ਕਿ ਜੇ ਮੇਰਾ ਸਮਾਜ ਨਸ਼ਿਆਂ ਤੋਂ ਬਚੂਗਾ ਤਾਂ ਇਹ ਤਰੱਕੀ ਕਰੂਗਾ। ਉਹ ਕਹਿੰਦੇ ਸੁਰਸਰੀ ਹੁੰਦੀ ਆ ਗੰਗਾ, ਗੰਗਾ ਨੂੰ ਉਹਨਾਂ ਸਮੇਂ ਵਿੱਚ ਤੇ ਅੱਜ ਵੀ ਪਵਿੱਤਰ ਮੰਨਿਆ ਜਾਂਦਾ। ਡਾਕਟਰ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਸ਼ਰਾਬ ਚਾਹੇ ਗੰਗਾ ਜਲ ਦੀ ਵੀ ਬਣੀ ਹੋਵੇ, ਉਹ ਮੇਰੇ ਸਮਾਜ ਦੇ ਲੋਕੋ ਇਹ ਪੀਣੀ ਨਹੀਂ, ਇਹ ਤੁਹਾਡਾ ਘਰ ਬਰਬਾਦ ਕਰ ਦੂ, ਤੁਹਾਡੀਆਂ ਜ਼ਿੰਦਗੀਆਂ ਬਰਬਾਦ ਕਰ ਦੂ। ਅਸੀਂ ਬਰਬਾਦ ਹੋਏ ਆ, ਸਾਡੇ ਘਰਾਂ ਦੇ ਘਰ ਬਰਬਾਦ ਹੋਏ ਨੇ। ਸਭ ਤੋਂ ਵੱਧ ਦੁਖੀ ਮੇਰੀਆਂ ਭੈਣਾਂ ਬੀਬੀਆਂ ਹੁੰਦੀਆਂ ਜਦੋਂ ਘਰ ਸ਼ਰਾਬ ਪੀ ਕੇ ਆਉਂਦਾ ਹੈ। ਜਿਹੜੇ ਪੀਣ ਲੱਗੇ ਉਹਨਾਂ ਨੂੰ ਨਹੀਂ ਹਟਾ ਸਕਦੇ। ਆ ਜਿਹੜੇ ਮੇਰੇ ਬੱਚੇ ਬੈਠੇ ਆ ਘੱਟੋ ਘੱਟ ਇਹਨਾਂ ਦਾ ਤਾਂ ਹਾਲ ਜੀ ਦੇ ਪੈਰੋਕਾਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਮ ਸੇਵਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਿਸ਼ਨਰੀ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਤੇ ਬਾਣੀ ਨੂੰ ਪਿਆਰ ਕਰਨ ਵਾਲੇ ਮਹਾਨ ਯੋਧਿਆਂ ਦੇ ਇਤਿਹਾਸ ਦੇ ਮਾਲਕ ਸਤਿਕਾਰਯੋਗ ਲਾਹੌਰੇ ਨਗਰ ਦੀ ਸਿੱਖ ਸੰਗਤ, ਆਓ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਇੱਕ ਗੱਲ ਮੈਂ ਹੋਰ ਕਹਿਣੀ ਆ, ਦੇਖਦੇ ਆ ਕਿੰਨੀ ਕੁ ਆਵਾਜ਼ ਆਉਂਦੀ ਆ। ਜੈ ਭੀਮ, ਇੰਨੀ ਆਵਾਜ਼ ਨਹੀਂ ਆਈ ਜਿੰਨੀ ਆਉਣੀ ਚਾਹੀਦੀ ਸੀ। ਮੈਂ ਫਿਰ ਬੇਨਤੀ ਕਰਾਂ ਬਈ ਆਪਾਂ ਸਾਰੇ ਇਹ ਗੱਲ ਜਾਣਦੇ ਆ, ਭਲੀ ਭਾਂਤ ਬਾਬਾ ਸਾਹਿਬ ਜੀ ਦੀ ਤਸਵੀਰ ਹੈ। ਜਿਸ ਤਰ੍ਹਾਂ ਦੇ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੀ ਤਸਵੀਰ ਤੋਂ ਅੱਜ ਤੱਕ
ਸਰਕਾਰ ਡਰਦੀ ਹੈ ਤੇ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਦੀ ਤਸਵੀਰ ਤੋਂ ਅੱਜ ਤੱਕ ਸਰਕਾਰ ਡਰਦੀ ਹੈ। ਕਿਉਂ? ਇਹਦਾ ਮਤਲਬ ਕੀ ਆ ਕਿ ਜਿਸ ਦਿਨ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਦੇ ਪੈਰੋਕਾਰ ਜਾਗ ਪਏ ਉਸ ਦਿਨ ਸਾਡੇ ਕੋਲੇ ਦਿੱਲੀ ਦਾ ਤਖਤ ਨਹੀਂ ਰਹਿਣਾ। ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਰਾਸ਼ਟਰਪਤੀ ਅਵਾਰਡ ਮਾਸਟਰ ਵੀਰ ਸਿੰਘ ਜੀ ਸੰਗੋਵਾਲ ਬੜੇ ਵਿਦਵਾਨ ਨੇ ਤੇ ਉਹਨਾਂ ਨੂੰ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਾਰੇ ਉਹਨਾਂ ਨੂੰ ਜਿਉਂ ਕਹਿ ਰਹੇ ਨੇ ਤੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਕਿ ਆਪਾਂ ਬੜੇ ਸਤਿਕਾਰ ਦੇ ਨਾਲ ਇਸ ਸਟੇਜ ਦੇ ਉੱਤੇ ਉਹਨਾਂ ਨੂੰ ਲੈ ਕੇ ਆਉਣਾ ਕਿਉਂਕਿ ਵਿਦਵਾਨ ਨੇ ਸਮਾਜ ਸੇਵਕ ਵੀ ਨੇ ਤੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਜਸਵੀਰ ਸਿੰਘ ਜੀ ਬੜਾ ਵਧੀਆ ਆਪਾਂ ਨੂੰ ਬਾਬਾ ਸਾਹਿਬ ਜੀ ਦਾ ਜੋ ਇਤਿਹਾਸ ਆ ਦੱਸ ਰਹੇ ਸੀ ਕਿਉਂਕਿ ਜਿਹੜੀਆਂ ਸੱਚੀਆਂ ਗੱਲਾਂ ਹੁੰਦੀਆਂ ਨੇ ਕੁਝ ਕੌੜੀਆਂ ਵਾਲੀਆਂ ਹੁੰਦੀਆਂ ਨੇ ਪਰ ਜਦੋਂ ਕੋਈ ਕੌੜੀ ਦਵਾਈ ਲੈਂਦਾ ਉਹਦੇ ਨਾਲ ਆਰਾਮ ਬੜੀ ਛੇਤੀ ਆਉਂਦਾ ਕਿਉਂਕਿ ਲੱਗਦੀ ਤਾਂ ਕੌੜੀ ਆ ਪਰ ਸਰੀਰ ਨੂੰ ਆਰਾਮ ਕਰ ਦਿੰਦੀ ਆ। ਇਸ ਲਈ ਆਪਾਂ ਭਲੀ ਭਾਂਤ ਜਾਣਦੇ ਆ ਸਾਡੇ ਨਗਰ ਦੇ ਅੰਦਰ ਆ ਸਿਆਣੇ ਸੱਜਣ ਸਾਡੇ ਸਾਰੇ ਮਿਸ਼ਨਰੀ ਸੀ ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਦੇ ਇੰਟਰ ਕੈਂਪ ਅਟੈਂਡ ਕੀਤੇ ਤੇ ਇਸ ਧਰਤੀ ਦੇ ਉੱਤੇ ਲਾਹੌਰ ਦੀ ਧਰਤੀ ਤੇ ਸ਼੍ਰੀਮਾਨ ਕਾਂਸ਼ੀ ਰਾਮ ਜੀ ਜਿਹੜੇ ਕਿ ਅੱਜ ਇਸ ਦੁਨੀਆ ਤੇ ਨਹੀਂ ਰਹੇ ਆਏ ਨੇ ਤੇ ਆਉਣ ਵਾਲਾ ਇਤਿਹਾਸ ਇਹ ਕਹੇਗਾ ਵੀ ਜਿੱਥੇ ਜਿੱਥੇ ਕਾਂਸ਼ੀ ਰਾਮ ਜੀ ਨੇ ਆਪਣੇ ਚਰਨ ਪਾਏ ਨੇ ਨਾ ਉਹ ਧਰਤੀ ਪਵਿੱਤਰ ਆ ਕਿਉਂਕਿ ਉਹਨਾਂ ਨੇ ਮਹਾਰਾਜ ਜੀ ਦੀ ਗੱਲ ਦੇ ਉੱਤੇ ਪਹਿਰਾ ਦਿੱਤਾ। ਮੈਂ ਬੇਨਤੀ ਕਰਾਂ ਪ੍ਰਧਾਨ ਸਾਹਿਬ ਸਰਦਾਰ ਜੋਰਾ ਸਿੰਘ ਜੀ ਸਰਦਾਰ ਭਿੰਦਰ ਸਿੰਘ ਜੀ ਲਹਾਰਾ ਤੇ ਬਲੰਦ ਸਿੰਘ ਜੀ ਸਾਡੇ ਮੀਤ ਪ੍ਰਧਾਨ ਗੁਰਦੁਆਰਾ ਰੇਰੂ ਸਾਹਿਬ ਤੇ ਸਤਵਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਹਰਦੇਵ ਸਿੰਘ ਜੀ ਇਹ ਥੋੜੇ ਲਿਖਿਆ ਠੀਕ ਨਹੀਂ ਹੋਇਆ ਜਿਹਦਾ ਨਾਮ ਭੁੱਲ ਜਾਵੇ ਤਾਂ ਕਿਮਾ ਕਰਨ ਯਾਰ ਕਿਉਂਕਿ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਦੇਵ ਸਿੰਘ ਜੀ ਤਰਸੇਮ ਸਿੰਘ ਜੀ ਭਾਈ ਸਾਹਿਬ ਭਾਈ ਮਾਨ ਜੀ ਰਿੰਕੂ ਤੇ ਚਰਨ ਸਿੰਘ ਜੀ ਲਹਾਰਾ ਸਾਡੇ ਸਾਰੇ ਸਤਿਕਾਰਯੋਗ ਨੇ ਸਾਡੇ ਸਾਬਕਾ ਖਜ਼ਾਨਚੀ ਸਾਹਿਬ ਸਰਦਾਰ ਸਵਰਨ ਸਿੰਘ ਜੀ ਜੇਲ੍ਹ ਸਾਹਿਬ ਬੈਠੇ ਨੇ। ਮੈਨੂੰ ਬੇਨਤੀ ਕਰਾਂ ਕਿ ਉਹ ਵੀ ਮਾਸਟਰ ਜੀ ਕੋਲ ਚਲੇ ਜਾਣ ਤੇ ਆਪਾਂ ਉਹਨਾਂ ਨੂੰ ਲੈ ਕੇ ਉਹਨਾਂ ਸਤਿਕਾਰ ਦੇ ਸਟੇਜ ਦੇ ਉੱਤੇ ਇਹ ਸਾਰੇ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਆਪਣੇ ਮੈਂਬਰ ਸਾਹਿਬਾਨ ਸਾਰਿਆਂ ਨੂੰ ਬੇਨਤੀ ਕਰਾਂਗੇ ਤੁਸੀਂ ਸਾਰੇ ਜਾਣੇ ਤੇ ਮਾਸਟਰ ਸਾਹਿਬ ਦਾ ਇਹਨਾਂ ਦਾ ਸਤਿਕਾਰ ਕਰਨਾ ਆਪਾਂ ਨੇ ਕਿਉਂਕਿ ਇਹ ਜਿਹੜੇ ਵਿਦਿਆ ਦੇ ਸਾਗਰ ਆ ਇਹ ਬੜੇ ਅਨਮੋਲ ਹੁੰਦੇ ਨੇ ਤੇ ਮਿਲਦੇ ਵੀ ਬੜੇ ਔਖੇ ਨੇ। ਇਸ ਲਈ ਮਾਸਟਰ ਵੀਰ ਸਿੰਘ ਜੀ ਸਾਡੇ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਜਿਹੜੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਇਆ ਸ਼ਾਇਦ ਉਹਨਾਂ ਬੱਚਿਆਂ ਨੂੰ ਇਹਨਾਂ ਦਾ ਪੜ੍ਹਾਇਆ ਹੋਇਆ ਸਬਕ ਯਾਦ ਹੋਊਗਾ। ਅੱਜ ਆਪਾਂ ਨੂੰ ਇਸ ਚੀਜ਼ ਦੀ ਲੋੜ ਕਿਉਂ ਪਈ ਆ ਬਹੁਤ ਹੀ ਸਤਿਕਾਰਯੋਗ ਸਾਡੇ ਰਾਮਦਾਸ ਜੀ ਜਿਹੜੇ ਮੁੱਖ ਬੁਲਾਰੇ ਉਹਨਾਂ ਨੂੰ ਵੀ ਨਾਲ ਦੀ ਨਾਲ ਜੀ ਆਇਆਂ ਕਿਹਾ ਜਾਵੇਗਾ ਤੇ ਮੈਂ ਬੇਨਤੀ ਕਰਾਂ ਸਾਰੇ ਪ੍ਰਬੰਧਕ ਸੱਜਣ ਨੇ ਸਤਿਕਾਰ ਦੇ ਨਾਲ ਉਹਨਾਂ ਨੂੰ ਲੈ ਕੇ ਆਉਣ ਔਰ ਮੈਂ ਬੇਨਤੀਆਂ ਨਾਲ ਦੀ ਨਾਲ ਕਰੀ ਜਾ ਰਿਹਾ ਸੀ ਮੇਰਾ ਜਿੰਨਾ ਵੀ ਸਮਾਂ ਮੈਂ ਮਾਸਟਰ ਸਾਹਿਬ ਦੇ ਆਉਣ ਤੱਕ ਸਟੇਜ ਦੇ ਉੱਤੇ ਸੰਗਤਾਂ ਦੇ ਦਰਸ਼ਨ ਕਰਨੇ ਆ। ਧਿਆਨ ਦਿਓ ਜਰਾ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਉਹ ਚੀਜ਼ ਹਨ ਜਿਹੜੇ ਗੁਰੂ ਸਾਹਿਬਾਨਾਂ ਤੇ ਭਗਤਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਕੇ ਗਏ ਨੇ। ਰਵਿਦਾਸ ਮਹਾਰਾਜ ਜੀ ਨੇ ਮਹਾਰਾਜ ਜੀ ਦਾ ਇੱਕ ਜੀਵਨ ਆ ਤੇ ਉਹਨਾਂ ਨੇ 4 ਜੰਜੂ ਵਿਖਾਏ ਕਿਮਾ ਕਰਨਾ ਕਿ ਕਈ ਲੋਕ ਕਹਿੰਦੇ ਆ ਨਹੀਂ ਵਿਖਾਏ ਸਾਨੂੰ ਇੱਕ ਜਾਦੂਗਰ ਕਹਿ ਕੇ ਪੁਕਾਰਿਆ ਗਿਆ ਪਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ। ਜੇ ਗੁਰੂ ਰਵਿਦਾਸ ਮਹਾਰਾਜ ਨੇ 4 ਜੰਜੂ ਵਿਖਾਏ ਤਾਂ ਰਵਿਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ 4 ਉਦਾਸੀਆਂ ਕੀਤੀਆਂ। ਜੇ 4 ਉਦਾਸੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤੀਆਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗਾਂ ਲੜੀਆਂ। ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਜੰਗਾਂ ਲੜੀਆਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 4 ਪੁੱਤ ਮਾਰੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 4 ਪੁੱਤ ਮਾਰੇ ਨਾ ਜਾਤ ਪਾਤ ਦਾ ਖੰਡਨ ਕੀਤਾ ਮਹਾਰਾਜ ਨੇ ਤੇ ਉਸੇ ਤਰ੍ਹਾਂ
ਕੀਤੀਆਂ ਤੇ ਉਹਨਾਂ ਉਹਦਾ ਘਰ ਕਿਹੋ ਜਿਹਾ ਹੋਣਾ ਚਾਹੀਦਾ, ਜਿਹਨੇ ਸੰਵਿਧਾਨ ਰਚਿਆ ਉਹਦਾ ਘਰ ਕਿਹੋ ਜਿਹਾ ਹੋਣਾ ਚਾਹੀਦਾ, ਉਹਦਾ ਪਰਿਵਾਰ ਕਿਹੋ ਜਿਹਾ ਹੋਣਾ ਚਾਹੀਦਾ। ਬਾਬਾ ਸਾਹਿਬ ਦੇ 4 ਪੁੱਤ ਦੁਨੀਆ ਤੋਂ ਚਲੇ ਗਏ, ਇੱਕ ਹਜੂ ਨਹੀਂ ਘੇਰਿਆ ਪਿਓ ਦੇ ਪੁੱਤ ਨੇ। ਕੌਮ ਦੇ ਲੇਖੇ ਸਾਰਾ ਜੀਵਨ ਆਪਦਾ ਲਾਤਾ, ਸਾਰਾ ਜੀਵਨ ਕੌਮ ਦੇ ਲੇਖੇ ਲਾਤਾ। ਕਹਿੰਦੇ ਇਸ ਦੁਨੀਆ ਤੇ ਆਏ ਬੜੇ ਚਲੇ ਗਏ ਪਰ ਨਾਮ ਉਹਨਾਂ ਦਾ ਅਮਰ ਰਹਿੰਦਾ। ਮੈਂ ਫਿਰ ਬੇਨਤੀ ਕਰਾਂ ਸਾਰੇ ਸੱਜਣ ਜਿਹੜੇ ਮਾਸਟਰ ਜੀ ਉਹਨਾਂ ਦੇ ਚਰਨਦਾਸ ਜੀ ਨੂੰ, ਉਹਨਾਂ ਦੇ ਨਾਲ ਜਿਹੜੇ ਵੀ ਮੇਰੇ ਵੀਰ ਆਏ ਨੇ ਤੇ ਚਰਨ ਸਿੰਘ ਜੀ ਲਹਾਰਾ ਸਾਡੇ ਬਹੁਤ ਸਤਿਕਾਰਯੋਗ ਨੇ ਤੇ ਸਾਰੇ ਇਹਨਾਂ ਨੂੰ ਲਿਆਉਣ ਦੀ ਕਿਰਪਾਲਤਾ ਕਰਨ ਦੀ। ਬਾਬਾ ਸਾਹਿਬ ਤੁਹਾਡੀ ਸੋਚ ਤੇ ਪੈਰਾਂ ਲਾਗੇ ਠੋਕ ਕੇ, ਬਾਬਾ ਸਾਹਿਬ ਤੁਹਾਡੀ ਸੋਚ ਤੇ ਪੈਰਾਂ ਲਾਗੇ ਠੋਕ ਕੇ, ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਅਮਰ ਰਹੇ, ਅਮਰ ਰਹੇ, ਅਮਰ ਰਹੇ, ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਅਮਰ ਰਹੇ, ਅਮਰ ਰਹੇ, ਅਮਰ ਰਹੇ। ਜੈ ਭੀਮ ਜੈ ਭਾਰਤ। ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਇਹ ਜੋ ਸੰਗੋਵਾਲ ਤੋਂ ਟੀਮ ਆਈ ਆ, ਸਾਡੇ ਭੀਮ ਰਾਓ ਡਾਕਟਰ ਅੰਬੇਡਕਰ ਯੂਥ ਕਲੱਬ ਵੱਲੋਂ ਇਹ ਪ੍ਰੋਗਰਾਮ ਬਣਾਇਆ ਗਿਆ। ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਬੁਲਾਰੇ ਰਾਮਦਾਸ ਜੀ ਉਹ ਵੀ ਪਹੁੰਚ ਚੁੱਕੇ ਨੇ, ਧੰਨਵਾਦ ਕਰਦੇ ਆ ਜੀ। ਤੇ ਸਾਧ ਸੰਗਤ ਜੀਓ ਮੈਂ ਬੇਨਤੀ ਕਰਾਂ, ਸਾਡੇ ਸਿਆਣੇ ਸੱਜਣ ਵੀ ਪਿੱਛੇ ਬੈਠੇ ਨੇ ਤੇ ਇਹਨਾਂ ਦਾ ਸਾਰਿਆਂ ਦਾ ਆਪਾਂ ਨੇ ਸਤਿਕਾਰ ਕਰਨਾ। ਤੇ ਮੈਂ ਬੇਨਤੀ ਕਰਾਂ ਮਾਸਟਰ ਜੀ ਨੂੰ ਤੇ ਪ੍ਰਬੰਧਕਾਂ ਨੂੰ, ਮਾਸਟਰ ਜੀ ਨੂੰ ਨਾਲ ਲੈ ਕੇ ਆਉਣ, ਮਾਸਟਰ ਵੀਰ ਸਿੰਘ ਜੀ ਤੇ ਨਾਲ ਦੇ ਨਾਲ ਆਓ ਜੀ ਬਾਬਾ ਸਾਹਿਬ ਦੀ ਤਸਵੀਰ ਦੇ ਕੋਲੇ ਆ ਕੇ ਅੱਜ ਰਾਮਦਾਸ ਜੀ ਨੂੰ ਬੇਨਤੀ ਆ ਜੀ ਨਾਲ ਆਓ ਜੀ। ਰਾਮਦਾਸ ਜੀ ਆਓ ਜੀ, ਆਓ ਜੀ, ਸਾਡੇ ਮਹਿਮਾਨ ਹੋ, ਕੀ ਗੱਲ ਆ ਤੇ ਆ ਕੇ ਬਾਬਾ ਜੀ ਨੂੰ ਫੁੱਲ ਅਰਪਣ ਕਰੋ ਜੀ। ਇਹ ਫੁੱਲ ਐਵੇਂ ਨਹੀਂ ਚੜ੍ਹਦੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਾਰੀਆਂ ਨੇ ਤੇ ਉਹਨਾਂ ਨੂੰ ਦੁਨੀਆ ਦੇ ਲੋਕ ਯਾਦ ਕਰਦੇ ਹੋਏ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਨੇ। ਆਓ ਅੱਜ ਆਪਾਂ ਵੀ ਇਸ ਨਾਟਕ ਡਰਾਮੇ ਤੋਂ ਕੁਝ ਸੇਧ ਲਈਏ ਤਾਂ ਕਿ ਸਾਡੇ ਬੱਚਿਆਂ ਦਾ ਤੇ ਸਾਡਾ ਜੀਵਨ ਆ ਜਿਹੜਾ ਉਹ ਸੁਨਹਿਰੀ ਬਣ ਸਕੇ। ਜਸਵੀਰ ਸਿੰਘ ਕਹਿੰਦੇ ਸੀ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਨਾਟਕ ਕਰਦੇ ਹਾਂ, ਨਾਲ ਦੀ ਨਾਲ ਵਿਖਾਵਾਂਗੇ, ਘੰਟੇ ਦਾ ਪ੍ਰੋਗਰਾਮ ਹੈ। ਲੇਕਿਨ ਜੈ ਭੀਮ, ਜੈ ਭਾਰਤ, ਜੈ ਭਾਰਤ, ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾਂ ਦੇ ਆਗੇ ਠੋਕ ਕੇ। ਸਾਧ ਸੰਗਤ ਜੀਓ ਪੈਰਾਂ ਦੇਣ ਦਾ ਸਮਾਂ ਆ ਗਿਆ, ਕਿਉਂਕਿ ਮੈਂ ਸਿੱਧੀਆਂ ਦੀਆਂ ਗੱਲਾਂ ਕਰਦਾ ਹਾਂ। ਕਈ ਵਾਰੀ ਇਹ ਗੱਲਾਂ ਦਾ ਕਈ ਵਾਰੀ ਦੁੱਖ ਵੀ ਕਈ ਸੱਜਣਾਂ ਨੂੰ ਲੱਗੂਗਾ, ਕਿਉਂਕਿ ਮੈਂ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਕਰਨੀ ਇੱਥੇ। ਤੇ ਸਾਧ ਸੰਗਤ ਜੀਓ 2 ਮਿੰਟ, ਇਸ ਲਈ ਆ ਜਿਹੜਾ ਅਗਲਾ ਪ੍ਰੋਗਰਾਮ ਵੇਖਣਾ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਮਝੌਤਾ ਕਰਨਾ ਤੇ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਜੀ ਨੇ ਸਾਨੂੰ ਕੀ ਆਖਿਆ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਜਿਹੜੀ ਵੋਟ ਪਾਉਣੀ ਹੈ ਇਸ ਤਰ੍ਹਾਂ ਨਾਲ ਪਾਉਣੀ ਹੈ, ਜਾਂ ਕਿ ਅਸੀਂ ਆਪਾਂ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਦੇ ਹੁਕਮ ਨੂੰ ਮੰਨ ਕੇ ਉਹਨਾਂ ਨੂੰ ਯਾਦ ਰੱਖ ਕੇ ਉਹਨਾਂ ਦੇ ਮਿਸ਼ਨ ਨੂੰ ਮੰਨ ਕੇ ਅਸੀਂ ਵੋਟ ਦੇਣੀ ਆ। ਵੋਟ ਦੇਣ ਦਾ ਹਰੇਕ ਨੂੰ ਹੱਕ ਆ, ਜਿਹਨੂੰ ਮਰਜ਼ੀ ਵੋਟ ਦੇਵੇ, ਪਰ ਸਾਧ ਸੰਗਤ ਜੀਓ ਇਹ ਵੱਡੀ ਗੱਲ ਆ ਕਿ ਭੀਮ ਰਾਓ ਡਾਕਟਰ ਅੰਬੇਡਕਰ ਸਾਹਿਬ ਨੇ ਸਾਨੂੰ ਇਹੋ ਜਿਹਾ ਐਟਮ ਬੰਬ ਦਿੱਤਾ ਜਿਹੜਾ ਦਿੱਲੀ ਦੇ ਤਖਤ ਨੂੰ ਹਿਲਾ ਦਿੰਦਾ। ਆਓ ਮੇਰੇ ਕੋਲੋਂ ਵੱਧ ਘੱਟ ਕੋਈ ਸ਼ਬਦ ਨਿਕਲ ਗਏ ਹੋਣਗੇ, ਮੈਂ ਖਿਮਾ ਦਾ ਜਾਚਕਾਂ ਤੇ ਸਾਰਿਆਂ ਦੇ ਮੇਰੇ ਸਤਿਕਾਰਯੋਗ ਸੱਜਣ ਨੇ ਸਾਰਿਆਂ ਦਾ ਧੰਨਵਾਦ ਕਰਦਾ ਜੀ। ਤੇ ਆਓ ਮੈਂ ਜੁਰਾ ਸਿੰਘ ਬੇਨਤੀ ਕਰਦਾ ਕਿ ਨਾਮ ਬੋਲਣਗੇ, ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਜਸਵੀਰ ਸਿੰਘ ਜੀ ਦੇਣਗੇ ਜਿਹਨਾਂ ਅਗਲਾ ਪ੍ਰੋਗਰਾਮ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ। ਹਾਂ ਉੱਚੀ ਦੇ ਕੇ ਬੋਲਿਆ ਕਰੋ। ਨਿਕਲਦਾ ਕੁਛ ਨਹੀਂ ਵਿੱਚੋਂ, ਨਾ ਸਿੱਖਣ ਨੂੰ ਨਾ ਸਿਖਾਉਣ ਨੂੰ। ਕਈਆਂ ਤਾਂ ਸ਼ਰਾਬ ਪੀਤੀ ਹੁੰਦੀ ਜਿਹੜੇ ਨੱਚਦੇ ਹੁੰਦੇ ਆ ਮੂਹਰੇ, ਕਈਆਂ ਨੇ ਸੁੱਕਾ ਪੀਤਾ ਹੁੰਦਾ, ਮੈਂ ਦੇਖੇ ਨੇ। ਤੂੰ ਨਿਕਲਦਾ ਕੁਛ ਨਹੀਂ ਵਿੱਚੋਂ, ਇੱਥੋਂ ਕੁਝ ਨਾ ਕੁਝ ਲੈ ਕੇ ਜਾਊਗਾ ਤੁਸੀਂ। ਇੱਕ ਗੱਲ ਸਿਕੰਦਰ ਸਿੰਘ ਜੀ ਨੇ ਕਹੀ ਸੀ, ਕਹਿੰਦੇ ਵੀ ਕਿਸੇ ਨੂੰ ਲੱਗ ਜਾਂਦੀ ਆ। ਮੇਰੇ ਉਸਤਾਦ ਜੀ ਛੋਟੀ ਰਾਣਾ ਜੀ ਕਹਿੰਦੇ ਹੁੰਦੇ ਆ, ਕਹਿੰਦੇ ਉਹ ਗੱਲ ਇਹ ਕਾਹਦੀ ਜਿਹੜੀ ਲੱਗੇ ਨਾ, ਉਹ ਗੱਲ ਇਹ ਕਾਹਦੀ ਜਿਹੜੀ ਲੱਗੇ ਨਾ। ਕਈਆਂ ਦੇ ਗਿੱਟਿਆਂ 'ਚ ਲੱਗ ਜਾਂਦੀ ਆ, ਜੇ ਦਿਮਾਗ 'ਤੇ ਲੱਗ ਜਾਵੇ ਕੰਮ ਕਰਦੀ ਆ ਗੱਲ ਉਹ, ਜੇ ਗਿੱਟਿਆਂ 'ਤੇ ਲੱਗ ਜਾਵੇ ਫਿਰ ਲੜਦੀ ਆ, ਫਿਰ ਲੜ ਪੈਂਦੇ ਆ ਸਾਡੇ ਨਾਲ ਆ ਕੇ ਕਿ ਆਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ ਤੁਸੀਂ ਯਾਰ। ਤੁਹਾਨੂੰ ਨਵੀਂ ਤੇ ਨਵੀਂ ਗੱਲ ਦੇ ਕੇ ਜਾਵਾਂਗੇ। ਸਾਡੇ ਵਿਚਕਾਰ ਮਾਸਟਰ ਵੀਰ ਸਿੰਘ ਜੀ ਪਹੁੰਚੇ ਨੇ
ਜੋ ਸਾਡੇ ਪਿੰਡ ਦਾ ਮਾਣ ਨੇ, ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਨੇ, ਤੁਹਾਡੇ ਨਗਰ ਦੇ ਵਿੱਚ ਪੜ੍ਹਾ ਵੀ ਚੁੱਕੇ ਨੇ, ਇੱਥੋਂ ਰਿਟਾਇਰ ਹੋਏ ਨੇ ਤੁਹਾਡੇ ਨਗਰ ਦੇ ਵਿੱਚੋਂ। ਉਹਨਾਂ ਦਾ ਅਸੀਂ ਉਚੇਚੇ ਤੌਰ ਤੇ ਇੱਥੇ ਬਹੁਤ ਜ਼ਿਆਦਾ ਪ੍ਰਬੰਧਕਾਂ ਨੇ ਬਹੁਤ ਵੱਡਾ ਮਾਣ ਬਖਸ਼ਿਆ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਜਦੋਂ ਪੜ੍ਹਦੇ ਆ ਨਾ, ਜੀਵਨੀ ਪੜ੍ਹਦੇ ਆ, ਪਤਾ ਲੱਗਦਾ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਬਦੌਲਤ ਪੜ੍ਹੇ ਨੇ। ਤੁਹਾਨੂੰ ਦੱਸਾਂਗੇ ਸਟੇਜ ਦੇ ਉੱਤੋਂ ਮੈਂ ਕਿਵੇਂ ਪੜ੍ਹਿਆ, ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਕਿਵੇਂ ਪੜ੍ਹੇ ਨੇ। ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਬਦੌਲਤ ਪੜ੍ਹ ਲੈ ਕੇ ਐਮਏ BA ਕਰੀ, MA ਕਰੀ, BEd ਕਰੀ, ਫਿਰ ਅਧਿਆਪਕ ਟੀਚਰ ਲੱਗੇ, ਜਿਹੜੇ ਇੱਥੇ ਰਿਟਾਇਰ ਹੋਏ ਨੇ। ਅੱਜ ਵੀ ਇਹਨਾਂ ਦਾ ਖੂਨ ਦਾ ਇੱਕ ਕਤਰਾ ਸਮਾਜ ਲਈ ਰਹਿਣੀ ਆ। 1 ਮਿੰਟ ਲਈ ਘਰੇ ਨਹੀਂ ਬੈਠਦੇ, ਸਮਾਜ ਦੇ ਵਿੱਚ ਵਿਚਰਦੇ ਆ। ਕਹਿੰਦੇ ਕਿਤੇ ਕੋਈ ਪ੍ਰੋਗਰਾਮ ਹੋਵੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ, ਕਿਤੇ ਕੋਈ ਸਮਾਜ ਨੂੰ ਸੇਧ ਦੇਣ ਦੀ ਗੱਲ ਹੋਵੇ, ਆਪਣਾ ਸਾਰਾ ਕਾਰੋਬਾਰ ਛੱਡ ਕੇ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ। ਇਹਨਾਂ ਦੀ ਬਹੁਤ ਵੱਡੀ ਸਾਨੂੰ ਦੇਣ ਆ। ਮੈਂ ਇਹਨਾਂ ਦੇ ਕੋਲੋਂ ਬੋਲਣਾ ਬਹੁਤ ਸਿੱਖਿਆ, ਬਹੁਤ ਕੁਝ ਇਹਨਾਂ ਦੇ ਕੋਲੋਂ ਸਿੱਖਣ ਨੂੰ ਸਾਨੂੰ ਮਿਲਿਆ, ਕਿਉਂਕਿ ਪੜ੍ਹਦੇ ਨੇ। ਸਾਨੂੰ ਤਾਂ ਪੜ੍ਹਨ ਦੀ ਆਦਤ ਨਹੀਂ ਹੈ, ਮੇਰੇ ਅੱਗੇ ਤਾਂ ਗੱਲਾਂ ਸੁਣ ਕੇ 4 ਸਟੇਜ ਦੇ ਉੱਤੋਂ ਬੋਲ ਕੇ ਚਲੇ ਜਾਂਦੇ ਆ ਅਸੀਂ, ਪਰ ਜਿੰਨੀਆਂ ਕਿ ਗੱਲਾਂ ਅਸੀਂ ਕਰਦੇ ਆ ਤੁਹਾਡੇ ਵਿੱਚੋਂ ਸਿੱਖਣ ਆਏ ਆ। ਸਾਨੂੰ ਕੁਝ ਨਹੀਂ ਆਉਂਦਾ, ਜਿਵੇਂ ਮਾਸਟਰ ਜੀ ਬੋਲਣਗੇ, ਸਿਕੰਦਰ ਸਿੰਘ ਜੀ ਬੋਲੇ ਨੇ, ਇਹਨਾਂ ਨੇ ਪੜ੍ਹਿਆ ਚੰਗੀ ਤਰ੍ਹਾਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ, ਜਿੰਨਾ ਕਿ ਮੈਂ ਪੜ੍ਹਿਆ ਮੈਂ ਉਹਨਾਂ ਕੁ ਬੋਲਦਾ। ਲਓ ਹੁਣ ਅਸੀਂ ਨਾਟਕ ਲੈ ਕੇ ਆ ਰਹੇ ਹਾਂ ਤੁਹਾਡੇ ਵਿਚਕਾਰ, ਨਸ਼ੇ ਵਿੱਚ ਡੁੱਬਦਾ ਰੰਗਲਾ ਪੰਜਾਬ। ਅੱਜ ਪਿੰਡ ਲਹਾਰਾ ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਮਨਾ ਰਹੀ ਹੈ ਸਾਧ ਸੰਗਤ ਜੀ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਤ-ਸਤ ਨਮਨ ਕਰਦੇ ਹੋਏ ਮੈਂ ਸਮੂਹ ਪ੍ਰਬੰਧਕ ਸੱਜਣ ਨੇ, ਜਿਹੜੇ ਪ੍ਰਬੰਧਕ ਵੀਰ ਨੇ, ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਤਿਗੁਰੂ ਕਬੀਰ ਜੀ ਕਹਿੰਦੇ ਬਾਣੀਆਂ ਕਹਾਣੀਆਂ ਬਵਾਣੀਆਂ ਕਹਾਣੀਆਂ ਸਪੁੱਤ ਕਰੇ, ਉਹ ਮੇਰੇ ਪੁੱਤ ਨਹੀਂ, ਉਹ ਮੇਰੇ ਸਪੁੱਤ ਹੁੰਦੇ ਨੇ। ਕਿਉਂਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਇੱਕ ਮਹਾਨ ਹਸਤੀ, ਜਿਨ੍ਹਾਂ ਨੇ ਜਿਵੇਂ ਕਹਿ ਦਈਏ ਸੂਰਜ ਨੂੰ ਉਲਟੇ ਪਾਸੋਂ ਚੜ੍ਹਦਾ ਕਰ ਦਿੱਤਾ। ਆਪਾਂ ਜਸਵੀਰ ਜੀ ਕੋਲੋਂ ਪੂਰਾ ਇਤਿਹਾਸ ਸੁਣ ਰਹੇ ਹਾਂ, ਸਰਦਾਰ ਸਿਕੰਦਰ ਸਿੰਘ ਜੀ ਵੀ ਦੱਸ ਕੇ ਗਏ ਨੇ। ਮੈਂ ਸਿਰਫ 2 ਮਿੰਟ ਲਈ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਸਿੱਖ ਧਰਮ ਦੇ ਨਾਲ ਬਹੁਤ ਵੱਡਾ ਲਗਾਅ ਸੀ। ਆਮ ਸੰਗਤਾਂ ਨੂੰ ਨਹੀਂ ਪਤਾ, ਆਮ ਸੰਗਤਾਂ ਨੂੰ ਬਿਲਕੁਲ ਨਹੀਂ ਪਤਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਸਿੱਖ ਧਰਮ ਦਾ ਸਭ ਤੋਂ ਵੱਧ ਅਧਿਐਨ ਕੀਤਾ। ਉਹਦੀਆਂ ਬਹੁਤ ਵੱਡੀਆਂ ਬੇਮਿਸਾਲ ਨੇ ਮਿਸਾਲਾਂ ਨੇ ਸਾਡੇ ਕੋਲੇ। ਬੰਬੇ ਦੇ ਵਿੱਚ ਸਭ ਤੋਂ ਪਹਿਲਾਂ 1935 ਦੇ ਵਿੱਚ 20 ਜੂਨ 1935 ਦੇ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਉੱਥੇ ਦੇ ਜਿਹੜੇ ਬੰਬੇ ਦੇ ਵਿੱਚ ਸਿੱਖ ਬੁੱਧੀਜੀਵੀ ਸੀਗੇ ਉਹਨਾਂ ਨੂੰ ਬੁਲਾਇਆ, ਉਹਨਾਂ ਦੇ ਨਾਲ ਮੀਟਿੰਗ ਕੀਤੀ। ਬਾਬਾ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਕਿ ਬੰਬੇ ਦੇ ਵਿੱਚ ਕੋਈ ਸਿੱਖ ਧਰਮ ਦੇ ਨਾਲ ਰਿਲੇਟਡ ਨਾ ਕੋਈ ਗੁਰਦੁਆਰਾ ਹੈ ਉੱਥੇ, ਨਾ ਕੋਈ ਸਕੂਲ ਹੈ। ਜਦੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਉਹਨਾਂ ਦੇ ਨਾਲ ਸਪੀਚ ਦੇ ਵਿੱਚ ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਥਰ-ਥਰ ਕੰਬਣ ਲਾਤਾ, ਉਹਨਾਂ ਨੂੰ ਉਸ ਟਾਈਮ ਥਰ-ਥਰ ਕੰਬਣ ਲਾਤਾ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ, ਜਿਨ੍ਹਾਂ ਦੀ 6 ਏਕੜ ਜ਼ਮੀਨ ਸਭ ਤੋਂ ਮਹਿੰਗੀ ਜ਼ਮੀਨ, ਕਹਿੰਦੇ ਨੇ ਅੱਜ ਉਸ ਜ਼ਮੀਨ ਦਾ ਮੁੱਲ 600 ਕਰੋੜ ਰੁਪਏ ਦੇ ਲਗਭਗ ਹੈ, ਜਿੱਥੇ ਅੱਜ ਸਿੰਘ ਸਭਾ ਗੁਰੂ ਗੁਰਦੁਆਰਾ ਹੈ। ਜਿਸ ਜਗ੍ਹਾ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਗੁਰਦੁਆਰਾ ਬਣਾਇਆ, ਜ਼ਮੀਨ ਦਾਨ ਕੀਤੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ, ਅੱਜ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਇਹਦੇ ਨਾਲ ਉੱਥੇ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਹੋਵੇਗਾ, ਇਹਦੇ ਨਾਲ ਬੱਚਿਆਂ ਨੂੰ ਇੱਥੋਂ ਪੜ੍ਹਾਈ ਵੀ ਮੁਫਤ ਮਿਲਣੀ ਚਾਹੀਦੀ ਆ, ਫ੍ਰੀ ਪੜ੍ਹਾਈ ਮਿਲਣੀ ਚਾਹੀਦੀ ਆ। ਅੱਜ ਸਕੂਲ, ਅੱਜ ਯੂਨੀਵਰਸਿਟੀ ਉੱਥੇ ਬੰਬੇ ਦੇ ਵਿੱਚ ਚੱਲ ਰਹੀ ਹੈ। ਇਹਦੇ ਨਾਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਇੱਕ ਗੱਲ ਹੋਰ ਉੱਥੇ ਰੱਖੀ, ਸਿੱਖ ਸੰਗਤ ਦੇ ਵਿੱਚ ਗੱਲ ਰੱਖੀ ਕਿ ਇੱਥੇ ਆਪਾਂ ਗੁਰੂ ਦੇ ਨਾਂ ਤੇ ਇੱਕ ਹਸਪੀਟਲ ਬਣਾਉਣਾ। ਜਦੋਂ ਅਸੀਂ ਬੰਬੇ ਦੇ ਦਾਦਰ ਦੇ ਵਿੱਚ ਜਾਂਦੇ ਆ, ਸਿੰਘ ਸਭਾ ਗੁਰਦੁਆਰੇ ਦੇ ਸਾਹਮਣੇ ਇੱਕ ਬਹੁਤ ਵੱਡਾ ਹਸਪਤਾਲ ਬਣਿਆ ਹੋਇਆ ਹੈ। ਇਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਦੇਣ ਸੀ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜਿਨ੍ਹਾਂ ਦੇ ਆਪਾਂ ਕਥਾ ਕਹਾਣੀਆਂ ਗਾਉਂਦੇ ਰਹੀਏ, ਕਦੇ ਵੀ ਮੁੱਕਣ ਵਾਲੀਆਂ ਨਹੀਂ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਆਪਾਂ ਤਸਵੀਰ ਆਪਣੇ ਘਰਾਂ ਦੇ ਵਿੱਚ ਲਾਈਏ, ਹੋਰ ਐਰੇ ਗੈਰੇ ਨੂੰ ਬਾਹਰ ਕੱਢ ਦਈਏ, ਕਿਉਂਕਿ ਜੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨਾ ਹੁੰਦੇ ਤਾਂ ਜਿੱਥੇ ਅਸੀਂ ਖੜੇ ਨਾ ਹੁੰਦੇ। ਅੱਜ ਸਾਡੇ ਸਿਰ ਤੇ ਪੱਗਾਂ ਨਾ ਹੁੰਦੀਆਂ, ਅੱਜ ਅਸੀਂ ਇੱਥੇ ਸਰਦਾਰ ਨਾ ਕਹਾਉਂਦੇ ਹੁੰਦੇ, ਅੱਜ ਸਾਡਾ ਘਰ ਨਾ ਹੁੰਦੇ, ਸਾਡੀਆਂ ਝੁੱਗੀਆਂ ਹੁੰਦੀਆਂ, ਅਸੀਂ ਆਪਣੇ ਘਰਾਂ ਦੇ ਵਿੱਚ ਨਾ ਹੁੰਦੇ। ਇਹ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਬਦੌਲਤ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੱਚੇ ਦੀ ਡੈਥ ਹੋ ਗਈ, ਉਹਨਾਂ ਦੀ ਘਰਵਾਲੀ ਕਹਿੰਦੀ ਆ ਕਿ ਇਹਦੇ ਉੱਤੇ ਤਾਂ ਪਾਉਣ ਲਈ ਕੱਫਣ ਵੀ ਹੈ ਨਹੀਂਗਾ। ਮੇਰੇ ਭਰਾਵੋ, ਮੇਰੇ ਵੀਰੋ, ਅਗਰ ਕਿਸੇ ਨੌਜਵਾਨ ਵੀਰ ਦੀ ਡੈਥ ਹੋ ਜਾਂਦੀ ਆ ਤਾਂ ਪਤਾ ਨਹੀਂ ਮਾਮਾ ਦਾ ਕਿੰਨਾ ਬੁਰਾ ਹਾਲ ਹੋ ਜਾਂਦਾ।
ਇੱਕੋ ਇੱਕ ਮਾਂ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਪਤਨੀ, ਉਹਨੇ ਆਪਣੇ ਸਾੜੀ ਦਾ ਪੱਲੂ ਲਵੇੜ ਕੇ ਆਪਣੇ ਪੁੱਤਰ ਦੇ ਉੱਤੇ ਪਾਇਆ। ਬਾਬਾ ਸਾਹਿਬ ਕਹਿੰਦੇ ਮੇਰੀਆਂ ਸਾਰੀਆਂ ਹੀ ਮਾਵਾਂ ਮੇਰੇ ਸਾਰੇ ਹੀ ਬੱਚੇ ਨੇ, ਇਹਨਾਂ ਦੇ ਲਈ ਮੈਂ ਕੁਝ ਨਾ ਕੁਝ ਕਰਕੇ ਜਾਵਾਂਗਾ। ਅਗਰ ਮੈਂ ਕੁਝ ਨਾ ਕਰਕੇ ਗਿਆ ਸਕਿਆ ਤਾਂ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂਗਾ। ਆ ਉਹਨਾਂ ਦੀ ਬਦੌਲਤ ਹੈ, ਉਹ ਕਰਕੇ ਗਏ ਨੇ, ਉਹਨਾਂ ਨੇ ਕੀਤਾ। ਹੁਣ ਸਾਡਾ ਫਰਜ਼ ਬਣਦਾ ਕਿ ਉਸ ਮਹਾਪੁਰਸ਼ ਨੂੰ ਅਸੀਂ ਆਪਣੇ ਘਰ ਦੇ ਵਿੱਚ ਲੈ ਕੇ ਆਈਏ। ਅਗਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੂੰ ਅਸੀਂ ਭੁੱਲ ਗਏ, ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਏਡੀ ਵੱਡੀ ਆਹ ਪੰਡਾਲ ਬਣਾਇਆ। ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੂੰ ਚੇਤੇ ਕਰ ਰਿਹਾ। ਇਹ ਸਾਰੇ ਸੱਜਣਾ ਦਾ ਆਪਣਾ ਦਾ ਫਰਜ਼ ਬਣਦਾ ਕਿ ਆਓ ਆਪਾਂ ਰਲ ਮਿਲ ਕੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਸੋਚ ਨੂੰ, ਉਹਨਾਂ ਨੂੰ ਪੜ੍ਹੀਏ ਤੇ ਉਹਨਾਂ ਦੇ ਕਹੇ ਹੋਏ ਪੂਰਨਾਂ ਤੇ ਚੱਲੀਏ। ਹੁਣ ਗੁੱਡੀ ਗੁਰਸਿਮਰਨਜੀਤ ਕੌਰ ਇੱਕ ਕਵਿਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੇ ਸੰਬੰਧ ਵਿੱਚ ਕਹਿਣਗੇ। ਤੁਸੀਂ ਜਰਾ ਕਵਿਤਾ ਨੂੰ ਧਿਆਨ ਦੇ ਨਾਲ ਸੁਣਨਾ, ਗੌਰ ਦੇ ਨਾਲ ਸੁਣਨਾ। ਗੁੱਡੀ ਸਿਮਰਨਜੀਤ ਕੌਰ। ਸਾਰੇ ਦੇ ਦੇ ਉਹਨੂੰ ਕੱਟ ਪੀਸਿਆ ਲੱਗੇ ਮੁੱਦੇ ਇੱਕ ਦੇ ਜੈ ਭੀਮ ਜੈ ਭਾਰਤ। ਸਭ ਤੋਂ ਪਹਿਲਾਂ ਅੱਜ ਮੈਂ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਤੇ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰਦੀ ਹਾਂ। ਮੇਰਾ ਨਾਮ ਗੁਰਸਿਮਰਨਜੀਤ ਕੌਰ, ਮੈਂ ਗਵਰਨਮੈਂਟ ਕਾਲਜ ਜਿਹੜਾ ਭਾਰਤ ਨਗਰ ਚੌਂਕ ਕੋਲ ਹੈ ਉੱਥੇ ਵਿਦ 92% ਨੰਬਰ ਨਾਲ ਮੈਨੂੰ ਐਡਮਿਸ਼ਨ ਮਿਲੀ ਹੈ। ਉਹ ਮੈਨੂੰ ਐਡਮਿਸ਼ਨ ਕਿਉਂ ਮਿਲੀ ਹੈ, ਕਿਵੇਂ ਮਿਲੀ ਹੈ? ਉਹ ਬਾਬਾ ਸਾਹਿਬ ਦੀ ਦੇਣ ਹੈ। ਕਿਉਂਕਿ ਪਹਿਲਾਂ ਗਰਲਸ ਨੂੰ ਕੋਈ ਵੀ ਲਿਖਣ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਸੀਗਾ। ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ, ਸੰਵਿਧਾਨ ਦੇ ਵਿੱਚ ਲਿਖਿਆ ਕਿ ਗਰਲਸ ਪੜ੍ਹ ਸਕਦੀਆਂ ਨੇ, ਆਪ ਡਿਗਰੀਆਂ ਪ੍ਰਾਪਤ ਕਰ ਸਕਦੀਆਂ ਨੇ, ਤਾਂ ਅਸੀਂ ਉੱਥੇ ਪੜ੍ਹਨ ਬੈਠੇ ਹਾਂ। ਆਰਾਮ ਨਾਲ ਅਸੀਂ ਸਕੂਟਰਾਂ ਤੇ ਜਾਂਦੇ ਹਾਂ, ਵਧੀਆ ਜ਼ਿੰਦਗੀ ਜਿਉਂਦੇ ਹਾਂ, ਸਿਰਫ ਉਹਨਾਂ ਦੀ ਦੇਣ ਹੈ। ਉਹਨਾਂ ਲਈ ਮੈਂ ਇੱਕ ਸ਼ੇਰ ਬੋਲਣਾ ਚਾਹੁੰਦੀ ਹਾਂ। रुतबा मेरे सिर को तेरे संविधान से मिला है, रुतबा मेरे सिर को तेरे संविधान से मिला है, ये सम्मान भी मुझे तेरे संविधान से मिला है। रुतबा मेरे सिर को तेरे संविधान से मिला है, ये सम्मान भी मुझे तेरे संविधान से मिला है। औरों को जो मिला होगा मुकद्दर से मिला होगा, औरों को जो मिला मुकद्दर से मिला होगा, हमें तो मुकद्दर भी तेरे संविधान से मिला है, हमें तो मुकद्दर भी तेरे संविधान से मिला है। सो एक कविता पेश करना चाहती हूँ जो कि मेरे बड़े डैडी मास्टर वीर सिंह होना ने लिखी हुई है। भारत दी धरती दे उत्ते, भारत दी धरती दे उत्ते आए भीम महान, जुग पलटाऊ रहबरा तेनू कोट कोट प्रणाम, जुग पलटाऊ रहबरा तेनू कोट कोट प्रणाम। भारत दी धरती दे उत्ते आए भीम महान, जुग पलटाऊ रहबरा तेनू कोट कोट प्रणाम, जुग पलटाऊ रहबरा तेनू कोट कोट प्रणाम। आजादी ते बराबरी लई क्रांति दा विगल वजाया, मानवता दे दुश्मन ब्राह्मण वाद नूं जड़ों हलाया। देश दी सेवा खातर कीता, देश दी सेवा खातर कीता, आपा ते कुर्बान, जुग पलटाऊ रहबरा तेनू कोट कोट प्रणाम, जुग पलटाऊ रहबरा तेनू कोट कोट प्रणाम। दिलां दे विचों फुੱਲ नहीं सकदी तेरी नेक कमाई, डब्बे ते लताड़ियां लई तूं जिंदड़ी गोल कमाई। ज्ञान दा सूरज आखण तेनू, ज्ञान दा सूरज आखण तेनू, उच्ची तेरी शान, जुग पलटाऊ रहबरा तेनू कोट कोट प्रणाम, जुग पलटाऊ रहबरा तेनू कोट कोट प्रणाम। जात पात ते छुआ छात दे सारे भरम मिटाए, मनु सिमरती अग विच साड़ी नਵੇਂ पूरने पाए।